ਜਿਹੜੀ ਮੈਂ ਗੱਲ ਕੀਤੀ ਵੀ ਇਹ ਵਿਵਾਦ ਹੈ ਜਾਂ ਸੰਵਾਦ ਹੈ ਜੋ ਚੱਲ ਰਿਹਾ ਇਸ ਵੇਲੇ। ਸਾਡੇ ਕੀ ਹੈ ਕਿ ਸੰਵਾਦ ਦਾ ਸਿਸਟਮ ਹੈ ਨਹੀਂ। ਜਦੋਂ ਕੋਈ ਬੰਦੇ ਮਾਰਨ ਵੱਲ ਚੱਲ ਪੈਂਦਾ, ਕਤਲ ਕਰਨ ਵੱਲ ਚੱਲ ਪੈਂਦਾ, ਧਮਕੀਆਂ ਦੇਣ ਚੱਲ ਪੈਂਦਾ, ਤਾਂ ਉਸ ਵੇਲੇ ਉਹ ਫਿਰ ਵਿਵਾਦ ਬਣ ਜਾਂਦਾ। ਪਰ ਵਿਰੋਧੀ ਨੇ ਬੜੀਆਂ ਚਾਲਾਂ ਚੱਲੀਆਂ ਨੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਇਦਾਂ ਹੀ ਕੀਤਾ। ਅੱਜ ਤੱਕ ਵੀ ਸਿੱਖ ਕੌਮ ਭਾਵੇਂ ਅਸੀਂ ਜੋ ਮਰਜ਼ੀ ਕਹੀ ਜਾਈਏ ਗੋਲ ਮੋਲ ਕਰਦੇ ਨੇ, ਉਹਨਾਂ ਦਾ ਅਖੀਰ ਸਮਾਂ ਵੀ ਸਹੀ ਤਰੀਕੇ ਨਾਲ ਨਹੀਂ ਦੱਸ ਸਕੇ ਵੀ ਕੀ ਹੋਇਆ। ਤੇ ਸਮਾਜਿਕ ਕਤਲ ਕਰਨ ਦਾ ਇਹਨਾਂ ਨੇ ਇੱਕ ਨਵਾਂ ਪੈਂਤੜਾ, ਨਵਾਂ ਤਰੀਕਾ ਬਣਾ ਲਿਆ ਆ ਪੁਜਾਰੀਆਂ ਨੇ, ਜੋ ਕਿ ਸਾਰਿਆਂ ਧਰਮਾਂ ਨੇ ਬਣਾਇਆ ਹੋਇਆ। ਸਮਾਜਿਕ ਕਤਲ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਬਹਾਨੇ ਬੰਦੇ ਨੂੰ ਕਤਲ ਕੀਤਾ ਜਾਂਦਾ। ਪਾਤਸ਼ਾਹਾਂ ਬਾਰੇ ਗਲਤ ਚੀਜ਼ਾਂ ਲਿਖੀਆਂ ਹੋਣ ਤੇ ਉਹਦੇ ਉੱਤੇ ਤੁਸੀਂ ਕੱਪੜਾ ਪਾ ਕੇ ਰੱਖੋ, ਪ੍ਰਕਾਸ਼ ਕਰੋ, ਚਵਰ ਛਤਰ ਤਖਤ ਲਾ ਦਿਓ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ। ਕਿਉਂ? ਕਿਉਂਕਿ ਤੁਸੀਂ ਸਕੇ ਨਹੀਂ ਪਾਤਸ਼ਾਹ ਦੇ। ਮਤਲਬ ਇਹ ਕੀ ਕਰਦੇ ਨੇ, ਆਪਣੀਆਂ ਸਾਰੀਆਂ ਕਮੀਆਂ ਦਰਬਾਰ ਸਾਹਿਬ ਦੇ ਅਕਾਲ ਤਖਤ ਦੇ ਨਾਮ ਹੇਠ ਲੁਕੋ ਲੈਂਦੇ ਨੇ। ਉਹਨਾਂ ਦੇ ਗੱਲ ਇਹ ਕਦੋਂ ਸਮਝ ਆਊਗੀ, ਕਿਵੇਂ ਸਮਝ ਆਊਗੀ ਕਿ ਗਲਤੀ ਕਿੱਥੇ ਹੋਈ ਹੈ? ਮੈਂ ਕਹਿ ਰਿਹਾ ਜੀ ਵੀ ਜੇ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਦੇਣਾ ਅਗਲਾ ਸਟੈਪ ਹੋਏਗਾ, ਉਦੋਂ ਹੋਰ ਪਤਾ ਲੱਗੇਗਾ। ਜਦੋਂ ਛੇਕਣਗੇ ਉਦੋਂ ਹੋਰ ਪਤਾ ਲੱਗੇਗਾ। ਘੱਟ ਤੋਂ ਘੱਟ ਪਤਾ ਹੀ ਲੱਗ ਜੇ ਰਣਜੀਤ ਸਿੰਘ ਦੀ ਕੁਰਬਾਨੀ ਨਾਲ ਸਾਰੇ ਲੋਕਾਂ ਤੱਕ ਖਬਰ ਤਾਂ ਹੁਣ ਪਹੁੰਚੇ, ਤਾਂ ਇੰਨਾ ਵੀ ਬਹੁਤ ਹੈ ਜੀ। ਇੱਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ਹੋਰੀ, ਉਹ ਤਾਂ ਦੁਨੀਆ 'ਚ ਨਹੀਂ ਰਹੇ। ਪ੍ਰੋਫੈਸਰ ਦਰਸ਼ਨ ਸਿੰਘ ਹੋਰੀ ਉਮਰ ਦੇ ਕਰਕੇ ਚੁੱਪ ਜਿਹੜਾ ਜੀ ਹੋ ਗਏ। ਸਪੋਕਸਮੈਨ ਵਾਲਿਆਂ ਤੁਸੀਂ ਜ਼ਿਕਰ ਕੀਤਾ ਜੀ, ਉਹ ਚੁੱਪ ਹੋ ਗਏ, ਸਾਰੇ ਚੁੱਪ ਹੋ ਗਏ। ਜਾਂ ਤੁਸੀਂ ਵੀ ਇਸ ਲਾਈਨ ਦੇ ਵਿੱਚ ਲੱਗ ਜਾਓਗੇ ਚੁੱਪ ਹੋਣ ਵਾਲਿਆਂ ਦੇ ਵਿੱਚ? ਮੈਂ 40 ਸਾਲ ਤੱਕ ਜਾਂਦਾ ਭਾਵੇਂ ਖਤਮ ਹੋ ਜਾ, ਧੱਕਾ ਹੋਵੇ, ਹੋ ਸਕਦਾ ਕਤਲ ਹੋ ਜੇ, ਪਰ ਇੱਕ ਮੈਂ ਚਾਹੁੰਦਾ ਆ ਕਿ ਏਦਾਂ ਇੱਕ ਮੈਸੇਜ ਜਾਵੇ ਸਿੱਖਾਂ 'ਚ ਵੀ ਖੜਿਆ ਜਾ ਸਕਦਾ। ਜਿਹੜੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਨੇ, ਐਗਜ਼ੈਕਟਿਵ ਨੇ, ਇਹਨਾਂ ਨੂੰ ਡੁੱਬ ਨਹੀਂ ਮਰਨਾ ਚਾਹੀਦਾ। ਇਹ ਗੱਲ ਵੇਖ ਕੇ ਵੀ ਇਹ ਕੋਈ ਗੋਭੀ ਦੀ ਗੱਲ ਹੋ ਰਹੀ ਹੈ ਕਿ ਖੰਡ ਦੀ ਬੋਰੀ ਦੀ ਗੱਲ ਹੋ ਰਹੀ ਹੈ ਕਿ ਘਿਓ ਦੇ ਪੀਪੇ ਦੀ ਗੱਲ ਹੋ ਰਹੀ ਹੈ। ਗੱਲ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ। ਇੱਕ ਸਰੂਪ ਉੱਦਾਂ ਤਾਂ ਹੈਗਾ ਆ, ਮੰਨ ਲਓ 1500 2000 ਰੁਪਏ ਦਾ ਸਰੂਪ ਦਿੰਦੇ ਨੇ, ਭੇਟਾ ਲੈਂਦੇ ਨੇ। ਹੋ ਸਕਦਾ ਉਹ 10-10 हज़ार रुपए भी देते हैं। या खुदाया हवश के बंदे वफा को बेच देते हैं, खुदा के घर की क्या बात है, वो तो खुदा को बेच देते हैं। भी श्रोमणी कमेटी ने गोलका साधियां, गुरु ग्रंथ साहब को मिलियां जमीनां साभियां, सब कुछ साभिया, पर गुरु ग्रंथ साहब इन्हां तो साभ ही नहीं होए। कारण नोट नहीं छापे जा सकने, पर स्वरूप छाप सकते। पैसा इन्हां तो नोट छापे नहीं जाते, तां करके ज्यादा ध्यान इन्हां दा नोटां वल है। इन्हां दे नक दे थल्ले कुछ हो किवें गया। ਪੰਜਾਬ ਦੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਬਲਤੇਜ ਪੰਨੂ ਦੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਵਿਸ਼ੇਸ਼ ਜਿਹੜੀ ਗੱਲਬਾਤ ਤੁਹਾਡੇ ਵਾਸਤੇ ਵਿਸ਼ੇਸ਼ ਸਾਡੇ ਮਹਿਮਾਨ ਦੇ ਨਾਲ ਕਰਨੀ ਹੈ। ਪਿਛਲੇ ਦਿਨਾਂ ਤੋਂ ਤੁਸੀਂ ਬਹੁਤ ਕੁਝ ਸੁਣ ਰਹੇ ਹੋ, ਪੜ੍ਹ ਰਹੇ ਹੋ, ਵੇਖ ਰਹੇ ਹੋ। ਕੁਝ ਲੋਕ ਉਹਨੂੰ ਵਿਵਾਦ ਕਹਿੰਦੇ ਨੇ, ਮੇਰੀ ਜਾਚੇ ਇਹ ਸੰਵਾਦ ਹੈ। ਗੱਲ ਨਜ਼ਰੀਏ ਦੀ ਹੈ ਕਿ ਤੁਸੀਂ ਉਹਨੂੰ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ। ਵਿਵਾਦ ਜਿਹੜਾ ਉਹਦੇ ਵਿੱਚੋਂ ਕੁਝ ਨਹੀਂ ਨਿਕਲਦਾ ਹੁੰਦਾ, ਸੰਵਾਦ ਦੇ ਵਿੱਚੋਂ ਬਹੁਤ ਕੁਝ ਨਿਕਲ ਆਉਂਦਾ, ਕਿਉਂਕਿ ਪੋਜ਼ਿਟਿਵ ਹੈ। ਜੇ ਕੋਈ ਗੱਲ ਹੋਊਗੀ ਤਾਂ ਉਹਦੇ ਵਿੱਚੋਂ ਹੀ ਕੁਝ ਨਾ ਕੁਝ ਨਿਕਲੂਗਾ, ਕਿਉਂਕਿ ਜਿਹੜੀ ਸਿੱਖੀ ਹੈ ਉਹਦੀ ਸ਼ੁਰੂਆਤ ਇੱਥੋਂ ਗੋਸ਼ਟ ਤੋਂ ਹੈ, ਉਹ ਤਰਕ ਤੋਂ ਹੈ। ਜਿਹਨੇ ਤਰਕ ਦੇ ਦਿੱਤਾ, ਇਹ ਗੁਰੂ ਨਾਨਕ ਸਾਹਿਬ ਦਾ ਤਰਕ ਸੀ ਕਿ ਜੇ ਪਾਣੀ ਕਰਤਾਰਪੁਰ ਨਹੀਂ ਜਾ ਸਕਦਾ ਤਾਂ ਸੂਰਜ ਨੂੰ ਕਿਵੇਂ ਜਾਊਗਾ। ਜਾਂ ਜਿਹੜਾ ਅੱਲਾ ਹੈ ਉਹ ਚੁਫੇਰੇ ਆ, ਉਹ ਕਿਸੇ ਇੱਕ ਖਾਸ ਦਿਸ਼ਾ ਦੇ ਵਿੱਚ ਨਹੀਂ ਹੈ। ਇਹ ਤਰਕ ਸੀ ਜਿਹਨੂੰ ਅੱਜ ਵੀ ਕੱਟਿਆ ਨਹੀਂ ਜਾ ਸਕਦਾ। ਤਰਕ ਬਹੁਤ ਚਿਰੋਕਣਾ ਚੱਲਦਾ, ਤੇ ਤਰਕ ਨੂੰ ਕੱਟਣ ਦੇ ਵਾਸਤੇ ਜੇ ਤੁਸੀਂ ਤਰਕਹੀਣ ਗੱਲਾਂ ਕਰੋਗੇ ਤਾਂ ਉਹ ਥੋੜ੍ਹੀ ਦੇਰ ਤਾਂ ਚੱਲ ਸਕਦੀਆਂ ਨੇ, ਬਹੁਤਾ ਲੰਬਾ ਸਮਾਂ ਜਿਹੜਾ ਉਹ ਚੱਲ ਨਹੀਂ ਸਕਦੀਆਂ। ਮੈਂ ਤਾਂ ਇਹਦੀ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਵਿਵਾਦ ਦੇ ਨਾਲ ਨਹੀਂ, ਸੰਵਾਦ ਦੇ ਨਾਲ ਜੇਕਰ ਅੱਗੇ ਵਧਿਆ ਜਾਵੇ ਤਾਂ ਇਸ ਸਭ ਕਾਸੇ ਦੇ ਵਿੱਚੋਂ ਵੀ ਬਹੁਤ ਕੁਝ ਨਿਕਲਣ ਦੇ ਜਿਹੜੇ ਉਹ ਆਸਾਰ ਹੋ ਸਕਦੇ ਨੇ। ਗੱਲਬਾਤ ਅਸੀਂ ਕਰਾਂਗੇ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਉਹਨਾਂ ਦੇ ਨਾਲ ਜੋ ਕੁਝ ਵੀ ਚੱਲ ਰਿਹਾ। ਭਾਈ ਸਾਹਿਬ ਬਹੁਤ ਮਿਹਰਬਾਨੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਧੰਨਵਾਦ ਜੀ। ਮੈਨੂੰ ਪਤਾ ਹੈ ਕਿ ਬਹੁਤ ਤੁਹਾਡਾ ਬਿਜ਼ੀ ਸਕੇਜੂਲ ਹੈ ਇਸ ਵੇਲੇ, ਕੰਟੀਨਿਊਸ ਜਿਹੜੇ ਉਹ ਪੱਤਰਕਾਰ ਉਹ ਆ ਰਹੇ ਨੇ, ਪਰ ਤੁਸੀਂ ਸਾਡੇ ਵਾਸਤੇ ਵੀ ਸਮਾਂ ਜਿਹੜਾ ਜੋ ਕੱਢਦੇ ਹੋ। ਸਮਾਂ ਮੈਂ ਦੇਣਾ ਹੀ ਸੀ, ਕਿਉਂਕਿ ਤੁਸੀਂ ਜਿੱਥੇ ਆਲੇ ਦੁਆਲੇ ਜੋ ਹੋ ਰਿਹਾ ਉਹ ਖਬਰ ਵੀ ਲੋਕਾਂ ਤੱਕ ਦਿੰਦੇ ਆ, ਪਰ ਜਿਹੜੀ ਉਹਦੇ ਉੱਤੇ ਟਿੱਪਣੀ ਹੈ ਨਾ ਆਪਣੀ, ਉਹ ਜਿਹੜੀ ਕਰਦੇ ਆ, ਉਹ ਇਸ ਕਰਕੇ ਉਹ ਚੰਗੀ ਲੱਗਦੀ ਹੈ। ਜਿਹੜੇ ਵੀ ਪੱਤਰਕਾਰ ਖਬਰ ਦੇ ਨਾਲ ਆਪਣੀ ਟਿੱਪਣੀ ਦਿੰਦੇ ਆ ਉਹ ਮੈਨੂੰ ਸਹੀ ਪਸੰਦ ਲੱਗਦੇ ਆ। ਕਾਰਨ ਉਹਦਾ ਇਹ ਹੈ ਕਿ ਉਹਨਾਂ ਦਾ ਆਪਣਾ ਪੁਆਇੰਟ ਆਫ ਵਿਊ ਕੀ ਹੈ, ਉਹਨਾਂ ਦਾ ਉਸ ਖਬਰ ਪ੍ਰਤੀ ਆਪਣਾ ਨਜ਼ਰੀਆ ਕੀ ਹੈ, ਜਿਹੜਾ ਕਿ ਉਹਨਾਂ ਨੂੰ ਸੀਨੀਅਰ ਪੱਤਰਕਾਰ ਬਣਾਉਂਦਾ। ਬੁਲਾਰੇ ਬਹੁਤ ਹੁੰਦੇ ਆ, ਪੱਤਰਕਾਰ ਬਹੁਤ ਹੁੰਦੇ ਆ, ਪੜ੍ਹ ਕੇ ਸੁਣਾਉਣਾ ਬੜਾ ਸੌਖਾ। ਆਵਾਜ਼ ਕਿਸੇ ਦੀ ਬੇਸ ਵਾਲੀ ਹੈ, ਵੱਡੀ ਆਵਾਜ਼ ਹੈ, ਅਗਲਾ ਕਹਿੰਦਾ ਲਿਆਓ ਜੀ ਫਟਾਫਟ, ਉਹ ਪੱਤਰਕਾਰੀ ਹੋਰ ਹੈ। ਇੱਕ ਹੈਗੇ ਨੇ ਪੱਤਰਕਾਰ ਜਿਹੜੇ ਆਪਣੀ ਆਲੇ ਦੁਆਲੇ ਜੋ ਉਹਨੂੰ ਵੇਖਣਾ, ਸਮਝਣਾ ਤੇ ਆਪਣਾ ਨਜ਼ਰੀਆ ਜਿਹੜਾ ਲੋਕਾਂ ਸਾਹਮਣੇ ਦਿੰਦੇ ਆ, ਤੇ ਉਹਨੂੰ ਸੁਣਨ ਵਾਲੇ ਜਿਹੜੇ ਨੇ ਉਹ ਵੀ ਫਿਰ ਉਹ ਪੱਤਰਕਾਰ ਜਿੱਧਰ ਨੂੰ ਜਾਏਗਾ, ਜਿਸ ਚੈਨਲ ਤੇ ਚਲੇ ਜਾਂਦਾ ਉਹਦੇ ਮਗਰ ਜਾਂਦੇ ਨੇ, ਕਿਉਂਕਿ ਉਹਦਾ ਨਜ਼ਰੀਆ ਸੁਣਨ ਦੀ ਆਦਤ ਪੈ ਜਾਂਦੀ ਹੈ, ਉਹਦੇ ਪੁਆਇੰਟ ਆਫ ਵਿਊ ਨਾਲ ਜੁੜਨਾ ਸ਼ੁਰੂ ਕਰ ਦਿੰਦੇ ਨੇ। ਸੋ ਇਸ ਕਰਕੇ ਤੁਹਾਡਾ ਜਦੋਂ ਮੈਨੂੰ ਕਾਲ ਆਈ ਹੈ ਤਾਂ ਚੰਗਾ ਲੱਗਿਆ, ਤੁਸੀਂ ਆਏ ਹੋ ਤਾਂ ਮੈਨੂੰ ਵੀ ਖੁਸ਼ੀ। ਧੰਨਵਾਦ। ਮੈਂ ਸਟਾਰਟ ਜਿੱਥੋਂ ਕੀਤਾ ਸੀਗਾ, ਕਿਉਂਕਿ ਆਪਾਂ ਜਿਹੜੀ ਪਿਛਲੀ ਇੰਟਰਵਿਊ ਕੀਤੀ ਸੀ, ਕੁਦਰਤੀ ਕਹਿ ਲਓ ਕਿ ਇੱਕ ਇਟਲੀ ਤੋਂ ਜਿਹੜਾ ਮੈਨੂੰ ਸਵੇਰੇ ਮੈਸੇਜ ਆਇਆ ਵੀ ਅਸੀਂ ਇਹ ਉਡੀਕ ਰਹੇ ਹਾਂ ਕਿ ਤੁਸੀਂ ਭਾਈ ਰਣਜੀਤ ਸਿੰਘ ਜੀ ਦੇ ਨਾਲ ਗੱਲਬਾਤ ਕਰੋਗੇ। ਮੈਂ ਉਹਨਾਂ ਨੂੰ ਵਾਪਸ ਲਿਖਿਆ ਵੀ ਮੈਂ ਕੱਲ੍ਹ ਹੀ ਉਹਨਾਂ ਤੋਂ ਸਮਾਂ ਲਿਆ ਹੈ ਤੇ ਮੈਂ ਉਹਨਾਂ ਕੋਲ ਜਾਣਾ, ਮੈਂ ਉਹ ਤਾਂ ਨਹੀਂ ਗੱਲਾਂ ਕਰਨੀਆਂ ਜੋ ਆਪਾਂ ਪਿਛਲੀ ਵਾਰੀ ਕੀਤੀਆਂ ਸੀ, ਉਹ ਇੱਕ ਡਿਫਰੈਂਟ ਸੀਗਾ। ਮੈਂ ਇੱਥੋਂ ਸ਼ੁਰੂ ਕਰਨਾ ਚਾਹੁੰਦਾ, ਜਿਹੜੀ ਮੈਂ ਗੱਲ ਕੀਤੀ ਵੀ ਇਹ ਵਿਵਾਦ ਹੈ ਜਾਂ ਸੰਵਾਦ ਹੈ ਜੋ ਚੱਲ ਰਿਹਾ ਇਸ ਵੇਲੇ। ਨਹੀਂ, ਹੋਣਾ ਤਾਂ ਸੰਵਾਦ ਚਾਹੀਦਾ ਸੀ, ਪਰ ਸਾਡੇ ਕੀ ਹੈ ਕਿ ਸੰਵਾਦ ਦਾ ਸਿਸਟਮ ਹੈ ਨਹੀਂ। ਜਦੋਂ ਕੋਈ ਬੰਦੇ ਮਾਰਨ ਵੱਲ ਚੱਲ ਪੈਂਦਾ, ਕਤਲ ਕਰਨ ਵੱਲ ਚੱਲ ਪੈਂਦਾ, ਧਮਕੀਆਂ ਦੇਣ ਚੱਲ ਪੈਂਦਾ, ਤਾਂ ਉਸ ਵੇਲੇ ਉਹ ਫਿਰ ਵਿਵਾਦ ਬਣ ਜਾਂਦਾ। ਸੰਵਾਦ ਹੁੰਦਾ ਹੈ ਕਿ ਤੁਸੀਂ ਕੋਈ ਗੱਲ ਕਹੀ ਹੈ, ਕੋਈ ਟਿੱਪਣੀ ਕੀਤੀ ਹੈ, ਉਹਦੇ ਤੇ ਦੂਜੇ ਨੂੰ ਕੋਈ ਇਤਰਾਜ਼ ਹੈ, ਉਹ ਆਪਣੀ ਗੱਲ ਕਰੇ ਵੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ, ਤਾਂ ਆਪਾਂ ਇਹਦੇ ਬਾਰੇ ਗੱਲ ਕਰਨੀ ਹੈ। ਉਸ ਤੋਂ ਅਗਲੀ ਗੱਲ ਹੈਗੀ ਹੈ, ਜੇ ਸਾਡੀ ਗੱਲਬਾਤ ਨਹੀਂ ਹੁੰਦੀ ਤਾਂ ਅਸੀਂ ਕੇਸ ਕਰ ਦਿੰਦੇ ਹਾਂ, ਕੋਈ ਇਹੋ ਜਿਹਾ ਕੁਝ ਕੀਤਾ ਜਾ ਸਕਦਾ ਹੈ। ਪਰ ਇਦਾਂ ਨਹੀਂ ਹੋਇਆ। ਜੇ ਹੁਣ ਕੋਈ ਟਕਸਾਲ ਵਾਲਿਆਂ ਨੂੰ ਪ੍ਰੋਬਲਮ ਸੀ, ਉਹ ਮੇਰੇ ਬਾਰੇ ਸ਼ਿਕਾਇਤ ਕਰ ਸਕਦੇ ਸੀ ਅਕਾਲ ਤਖਤ, ਉਹ ਕਹਿੰਦੇ ਨੇ ਕਿ ਸਰਵਉੱਚ ਹੈ, ਮੰਨਦੇ ਨੇ, ਉਹ ਅਕਾਲ ਤਖਤ ਤੇ ਕਿਉਂ ਨਹੀਂ ਗਏ ਵੀ ਸਾਨੂੰ ਰਣਜੀਤ ਸਿੰਘ ਦੀ ਪ੍ਰੋਬਲਮ ਹੈ ਰਣਜੀਤ ਸਿੰਘ ਨਾਲ। ਉਹਨਾਂ ਨੇ ਕੀ ਕੀਤਾ, ਬੰਦਾ ਮਾਰਨਾ, ਸ਼ਬੀਲ ਲਾ ਕੇ ਇਹ ਉਚਿਤ ਸਮਝਿਆ ਤੇ ਦਿਨ ਦਿਹਾੜੇ ਕਰ ਵੀ ਗਏ। ਸੋ ਇਸ ਕਰਕੇ ਉਹ ਜਦੋਂ ਉਹਦੇ ਉਸ ਚੀਜ਼ ਨੂੰ ਮੈਂ ਗੁੰਡਾਗਰਦੀ ਕਿਹਾ, ਧੱਕਾ ਕਿਹਾ, ਤੇ ਉਹ ਕੀ ਹੈ ਪਬਲਿਕ ਦੇ ਵਿੱਚ ਵੇਖੋ ਜੀ ਵਿਵਾਦ ਹੋ ਗਿਆ ਦੋ ਪ੍ਰਚਾਰਕਾਂ ਦਾ, ਪਰ ਜਿਹੜੀ ਸ਼ੁਰੂਆਤ ਹੈ ਉਸ ਗੱਲ ਤੋਂ ਹੋਈ ਹੈ। ਤੁਸੀਂ ਇੱਕ ਜ਼ਿਕਰ ਕੀਤਾ ਕਿ ਹੁਣ ਇਹ ਸੰਵਾਦ ਚਾਹੀਦਾ ਸੀ, ਬਣ ਗਿਆ ਵਿਵਾਦ। ਕੀ ਇਹ ਸਮਝਿਆ ਜਾਵੇ ਭਾਈ ਸਾਹਿਬ ਕਿ ਜਿੱਥੋਂ ਸ਼ੁਰੂਆਤ ਹੁੰਦੀ ਹੈ, ਜਿਹੜੀ ਸਿੱਖੀ ਦੀ ਸ਼ੁਰੂਆਤ ਹੈ, ਗੁਰੂ ਨਾਨਕ ਸਾਹਿਬ ਦੀ ਜਿਹੜੀ ਫਿਲਾਸਫੀ ਹੈ, ਉਹ ਸੰਵਾਦ ਹੈ। ਬਿਲਕੁਲ, ਉਹਦੇ 'ਚ ਵਿਵਾਦ ਤਾਂ ਹੈ ਨਹੀਂਗਾ। ਜਿਵੇਂ ਤੁਸੀਂ ਕਿਹਾ ਵੀ ਜੇ ਤੁਹਾਨੂੰ ਨਹੀਂ ਤਰਕ ਪਸੰਦ ਤੇ ਤੁਸੀਂ ਉਹਦਾ ਜਵਾਬ ਤਰਕ ਦੇ ਨਾਲ ਦੇ ਦਿਓ ਵੀ ਮੇਰੀ ਜਾਚੇ ਆ ਹੈ। ਹਾਂਜੀ, ਫਿਰ ਇਹਦਾ ਮਤਲਬ ਇਹ ਸਮਝਿਆ ਜਾਵੇ ਕਿ ਜਿੱਥੇ 550 ਸਾਲ ਆਪਾਂ ਮਨਾ ਕੇ ਹਟੇ ਆ ਪਿਛਲੇ ਵਾਰੇ, ਵੀ ਉੱਥੋਂ ਇਹ ਸਾਰੀ ਕਹਾਣੀ ਥਿੜਕ ਗਈ ਹੋਈ ਹੈ, ਅਸੀਂ ਸੰਵਾਦ ਛੱਡ ਚੁੱਕੇ ਹਾਂ। ਨਹੀਂ, ਬਿਲਕੁਲ ਅਸੀਂ ਛੱਡ ਚੁੱਕੇ ਹਾਂ। ਅਸੀਂ ਨਹੀਂ ਛੱਡ ਚੁੱਕੇ ਵੀਰ ਜੀ। ਪੰਨੂ ਸਾਹਿਬ, ਜਿਹੜਾ ਪੁਰਾਣਾ ਸਮਾਂ ਹੈ ਨਾ ਗੁਰੂ ਸਾਹਿਬ ਦੇ ਵੇਲੇ, ਉਹ ਆਪਣੀ ਤਰਕ ਦੇ ਰਹੇ ਹੈ, ਪਰ ਜਿਹੜਾ ਵਿਰੋਧੀ ਹੈ ਉਹ ਆਪਣੀ ਤਾਕਤ ਦਾ ਇਸਤੇਮਾਲ ਕਰ ਰਿਹਾ ਹੈ, ਨਾ ਕਿ ਤਰਕ ਦਾ। ਚਾਹੀਦਾ ਸੰਵਾਦ ਬਣ ਜਾਣਾ ਸੀ ਉਦੋਂ ਵੀ ਗੁਰੂ ਨਾਨਕ ਪਾਤਸ਼ਾਹ ਵੀ ਸੰਵਾਦ ਕਰ ਰਿਹਾ, ਅਗਲਾ ਵੀ ਸੰਵਾਦ ਕਰੇ ਵਿਰੋਧੀ, ਪਰ ਵਿਰੋਧੀ ਨੇ ਬੜੀਆਂ ਚਾਲਾਂ ਚੱਲੀਆਂ ਨੇ ਉਹਨਾਂ ਨੂੰ ਬਦਨਾਮ ਕਰਨ ਵਾਸਤੇ। ਗੁਰੂ ਨਾਨਕ ਪਾਤਸ਼ਾਹ ਨੂੰ ਵੀ ਏਦਾਂ ਹੀ ਕੀਤਾ ਹੈ। ਅੱਜ ਤੱਕ ਵੀ ਸਿੱਖ ਕੌਮ ਭਾਵੇਂ ਅਸੀਂ ਜੋ ਮਰਜ਼ੀ ਕਹੀ ਜਾਈਏ, ਗੋਲ ਮੋਲ ਕਰਦੇ ਨੇ, ਉਹਨਾਂ ਦਾ ਅਖੀਰ ਸਮਾਂ ਵੀ ਸਹੀ ਤਰੀਕੇ ਨਾਲ ਨਹੀਂ ਦੱਸ ਸਕੇ ਵੀ ਕੀ ਹੋਇਆ। ਉਹਦੇ ਉੱਤੇ ਇੱਕ ਸਵਾਲ ਹੀ ਹਰਿੰਦਰ ਸਿੰਘ ਨੇ ਉਠਾਇਆ ਸੀ, ਯੂਕੇ ਵਾਲੇ ਨੇ, ਮੇਰੇ ਨਾਲ ਉਹਨੂੰ ਉਹਦੇ ਤੇ ਵੀ ਪਾਬੰਦੀਆਂ ਲਾਤੀਆਂ, ਉਹ ਤਾਂ ਪਹਿਲਾਂ ਹੀ ਬੰਦ ਕਰ ਚੁੱਕਿਆ ਪ੍ਰੋਗਰਾਮ। ਜਿੱਥੇ ਮੈਂ 6 ਮਹੀਨੇ ਪਹਿਲਾਂ ਬੰਦ ਕਰਤੇ ਸੀ, ਉੱਥੇ ਹਰਿੰਦਰ ਸਿੰਘ ਯੂਕੇ ਨੇ ਵੀ ਕਰਤੇ ਸੀ, ਉਹ ਨੌਜਵਾਨ ਨੇ। ਅੱਜ ਤੱਕ ਇਹ ਕਲੀਅਰ ਹੀ ਨਹੀਂ ਕਰ ਸਕੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਅਖੀਰ ਜਿਹੜਾ ਸਮਾਂ ਸੀ ਉਹ ਕਿਵੇਂ ਸੀ, ਕੁਝ ਨਹੀਂ ਦੱਸ ਸਕੇ। ਸੋ ਮਤਲਬ ਕਈ ਉਹਦੇ ਵਿੱਚ ਵੀ ਖਦਸ਼ੇ ਜ਼ਾਹਰ ਹੁੰਦੇ ਨੇ। ਤੇ ਚਾਹੇ ਗੁਰੂ ਅਰਜਨ ਦੇਵ ਜੀ ਗੱਲ ਤਰਕ ਦੀ ਕਰਦੇ ਰਹੇ, ਚਾਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ, ਵਿਰੋਧੀ ਜਿਹੜਾ ਆ ਜਵਾਬ ਦੇਣ ਦੀ ਬਜਾਏ ਆਪਣੀ ਤਾਕਤ ਦਾ ਇਸਤੇਮਾਲ ਕਰਕੇ, ਸਰਕਾਰਾਂ ਦੀਆਂ ਚਾਪਲੂਸੀਆਂ ਪੁਜਾਰੀ ਕਰਕੇ
ਜਵਾਬ ਤਾਂ ਧਰਮ ਦੇ ਧੰਦਾ ਬਣ ਚੁੱਕਿਆ ਸੀ, ਉਹਨਾਂ ਨੇ ਜਵਾਬ ਤਾਂ ਨਹੀਂ ਦਿੱਤੇ। ਉਲਟਾ ਉਹਨਾਂ ਨੂੰ ਤਵੀਆਂ ਤੇ ਬਹਾਣਾ, ਦੇਗਾਂ 'ਚ ਉਬਾਲਣਾ, ਡਿਕਟੇਟਰਸ਼ਿਪ ਸੀ। ਉਹਨਾਂ ਨੂੰ ਘਰੋਂ ਉਜਾੜਨਾ, ਅਨੰਦਪੁਰ ਸਾਹਿਬ ਨੂੰ ਉਜਾੜਨ ਦੀ ਗੱਲ ਕੀਤੀ ਉਹਨਾਂ ਨੇ। ਚਾਹੇ ਉਹ ਨਹੀਂ ਉਜੜਿਆ, ਉਹ ਸਦਾ ਲਈ ਸਾਡੇ ਅੰਦਰ ਵਸ ਗਿਆ, ਕਿਉਂਕਿ ਇਦਾਂ ਦਾ ਕੋਈ ਜਦੋਂ ਵੀ ਵਿਰੋਧੀ ਕਰਦਾ ਉਹ ਉਜਾੜਨ ਦੀ ਕੋਸ਼ਿਸ਼ ਕਰਦਾ ਹੈ, ਉਹ ਸਾਡੇ ਅੰਦਰ ਵਸਦੇ ਜਾਂਦੇ ਨੇ। ਬਾਹਰ ਕਿਲੇ ਢਹਿੰਦੇ ਜਾਂਦੇ ਨੇ, ਅੰਦਰ ਕਿਲੇ ਬਣਦੇ ਜਾਂਦੇ ਨੇ। ਬਾਹਰ ਖਾਤਮਾ ਹੋਈ ਜਾਂਦਾ ਹੈ, ਸਾਡੇ ਅੰਦਰ ਸਾਹਿਬਜ਼ਾਦੇ ਨੀਹਾਂ 'ਚ ਚਿਣੇ ਜਾਂਦੇ ਨੇ, ਪਰ ਸਾਡੀ ਸੁਰਤ ਦੇ ਵਿੱਚ ਉਹ ਤਾਜ ਤੇ ਬੈਠ ਕੇ, ਸਾਡੇ ਦਿਮਾਗ ਵਿੱਚ ਉਹ ਬੜੇ ਉੱਚੇ ਬੈਠ ਗਏ। ਸੋ ਇਹ ਵਿਰੋਧੀ ਕਰਦਾ ਹੈ ਡਿਕਟੇਟਰਸ਼ਿਪ ਵਿੱਚ। ਹੁਣ ਵੀ ਗੱਲ ਤਰਕ ਦੀ ਹੈ, ਗੱਲ ਵਿਵੇਕ ਦੀ ਹੈ। ਹੁਣ ਡੈਮੋਕ੍ਰੈਟਿਕ ਸਿਸਟਮ ਹੈ। ਹੁਣ ਸਰਕਾਰ ਨਾਲ ਰਲ ਕੇ ਕਿਸੇ ਬੰਦੇ ਨੂੰ ਦਿਨ ਦਿਹਾੜੇ ਜੇ ਤਵੀ ਤੇ ਭਾਵਾਂਗੇ ਤਾਂ ਬਹੁਤ ਵੱਡਾ ਨੁਕਸਾਨ ਹੈ। ਪਰ ਕਈ ਕਮਲੇ, ਕਈ ਸਿਰ ਫਿਰੇ ਅਜੇ ਵੀ ਡੈਮੋਕ੍ਰੇਸੀ ਦੇ ਵਿੱਚ ਡਿਕਟੇਟਰਸ਼ਿਪ ਵਾਲਾ ਕੰਮ ਕਰ ਜਾਂਦੇ ਆ, ਜਿਹੜਾ ਕਿ ਸ਼ਬੀਲ ਵਾਲਾ ਆ। ਦਿਨ ਦਿਹਾੜੇ ਇਹ ਫੈਸਲਾ ਡਿਕਟੇਟਰਸ਼ਿਪ ਵਾਲਾ ਆ, ਡੈਮੋਕ੍ਰੈਟਿਕ ਸਿਸਟਮ ਵਾਲਾ ਫੈਸਲਾ ਨਹੀਂ ਹੈ। ਹੁਣ ਜਿਹੜੀ ਗੱਲ ਹੈਗੀ ਹੈ ਜੀ, ਹੁਣ ਅਗਲਾ ਪੁਆਇੰਟ ਹੈਗਾ ਆ, ਉਸ ਵੇਲੇ ਤਰਕ ਦਾ ਵਿਰੋਧ ਕੀਤਾ ਤਾਕਤ ਨਾਲ, ਤੇ ਅੱਜ ਤਰਕ ਦਾ ਵਿਰੋਧ ਕੀਤਾ ਜਾ ਰਿਹਾ ਸਮਾਜਿਕ ਕਤਲ ਕਰਨ। ਤੇ ਸਮਾਜਿਕ ਕਤਲ ਕਰਨ ਦਾ ਇੱਕ ਇਹਨਾਂ ਨੇ ਇੱਕ ਨਵਾਂ ਪੈਂਤੜਾ, ਨਵਾਂ ਤਰੀਕਾ ਬਣਾ ਲਿਆ ਆ ਪੁਜਾਰੀਆਂ ਨੇ, ਜੋ ਕਿ ਸਾਰਿਆਂ ਧਰਮਾਂ ਨੇ ਬਣਾਇਆ ਹੋਇਆ ਵੀ ਉਹਦਾ ਸਮਾਜਿਕ ਕਤਲ ਕਰੀਏ। ਸਮਾਜਿਕ ਕਤਲ ਕਰਨ ਵਾਸਤੇ ਅਕਾਲ ਤਖਤ ਸਾਹਿਬ ਦੇ ਬਹਾਨੇ ਬੰਦੇ ਨੂੰ ਕਤਲ ਕੀਤਾ ਜਾਂਦਾ। ਅਕਾਲ ਤਖਤ ਸਾਹਿਬ ਜੀ ਦੀ ਪਿਕਚਰ ਸਾਹਮਣੇ ਆਵੇ ਤਾਂ ਸਾਡੇ ਸਾਰੇ ਸਿੱਖਾਂ ਦੇ ਦਿਮਾਗ ਵਿੱਚ 6ਵੇਂ ਪਾਤਸ਼ਾਹ ਆਉਂਦੇ ਆ। ਦਰਬਾਰ ਸਾਹਿਬ ਦੀ ਪਿਕਚਰ ਆਵੇ ਤਾਂ ਗੁਰੂ ਰਾਮਦਾਸ ਪਾਤਸ਼ਾਹ ਆਉਂਦੇ। ਪਰ ਇਹਨਾਂ ਨੇ ਕਰ ਕੀ ਦਿੱਤਾ, ਅਕਾਲ ਤਖਤ ਦੇ ਨਾਲ ਜੋੜ ਲਈ ਪਿਕਚਰ ਗਿਆਨੀ ਹਰਪ੍ਰੀਤ ਸਿੰਘ ਦੀ। ਮੈਂ ਕਹਿ ਰਿਹਾ ਪਿਛਲੇ ਦਿਨਾਂ 'ਚ ਕਿ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਪਿਕਚਰ ਦੇ ਸਾਹਮਣੇ ਗੁਰੂ ਰਾਮਦਾਸ ਤੇ ਗੁਰੂ ਹਰਗੋਬਿੰਦ ਸਾਹਿਬ ਆਉਣੇ ਤਾਂ ਠੀਕ ਹੈ, ਸਕੱਤਰੇਤ ਆਵੇ ਸਾਹਮਣੇ ਤੇ ਜਥੇਦਾਰ ਆਉਣ। ਜਥੇਦਾਰ ਉਧਰ ਰੱਖੋ, ਅਕਾਲ ਤਖਤ ਤੇ ਜਥੇਦਾਰਾਂ ਨੂੰ ਇੱਕ ਨਾ ਕਰੋ। ਜੇ ਸਾਰੀ ਕੌਮ ਨੇ ਇੱਕ ਕਰਨਾ ਹੈ, ਫਿਰ ਗੁਰਬਚਨ ਸਿੰਘ ਦਾ ਸਰਸੇ ਵਾਲੇ ਨੂੰ ਮਾਫ ਕਰਨ ਵਾਲਾ ਫੈਸਲਾ ਵੀ ਮੰਨਣਾ ਪੈਣਾ। ਇਹਨਾਂ ਨੇ ਦਿਮਾਗ 'ਚ ਵਾੜ ਦਿੱਤਾ, ਮਤਲਬ ਢੱਡਰੀਆਂ ਵਾਲੇ ਵਰਗੇ ਅਕਾਲ ਤਖਤ ਨਾਲ ਮੱਥਾ ਲਾ ਰਹੇ ਹਨ। ਹਾਲਾਂਕਿ ਅਕਾਲ ਤਖਤ ਤੇ ਮੱਥਾ ਟੇਕਣ ਲਈ ਤੇ ਚੱਲਦੇ ਆ। ਮੈਂ ਤਾਂ ਹਰ ਪੱਤਰਕਾਰ ਨੂੰ ਕਿਹਾ ਚਲੋ ਚੱਲੀਏ, ਕਰਦੇ ਆ ਨਮਸਕਾਰ। ਅਕਾਲ ਤਖਤ ਮੱਥਾ ਕੌਣ ਲਾ ਰਿਹਾ? ਸਾਡੀ ਪ੍ਰੋਬਲਮ ਮਾੜੇ ਸਿਸਟਮ ਦੇ ਨਾਲ ਹੈ। ਸੋ ਡਿਕਟੇਟਰਸ਼ਿਪ ਦੇ ਵਿੱਚ ਕਤਲ ਕਰਨ ਦਾ ਤਰੀਕਾ ਸੀ ਹੋਰ, ਹੁਣ ਡੈਮੋਕ੍ਰੇਸੀ ਦੇ ਵਿੱਚ ਇਹਨਾਂ ਨੇ ਕਤਲ ਕਰਨ ਦਾ ਇੱਕ ਤਰੀਕਾ ਬਣਾ ਲਿਆ। ਫੜਦੇ ਗਲ ਨੇ, ਅਕਾਲ ਤਖਤ ਵਾਲੇ ਪਾਸਿਓਂ ਘੁਮਾ ਕੇ ਗਲ ਫੜ ਲੈਂਦੇ। ਹਾਂਜੀ, ਇੱਕ ਸੰਪਰਦਾ ਸੀ, ਉਹਦੇ ਕੁਝ ਅਸੂਲ ਸਨ, ਉਹ ਪਾਸੇ ਕਰਕੇ ਇੱਕ ਬਿਲਡਿੰਗ ਉਭਾਰ ਦਿੱਤੀ ਗਈ। ਮਤਲਬ ਤਾਂ ਇਹੀ ਹੋਇਆ। ਬਿਲਕੁਲ ਸੰਸਥਾ ਜਿਹੜੀ ਹੈ ਨਾ ਜੀ, ਸਾਡੇ ਗੁਰਸਥਾਨ ਸੀ, ਗੁਰ ਅਸਥਾਨਾਂ ਨੂੰ ਪੁਜਾਰੀ ਨੇ ਧੱਕਾ ਕਰਨ ਵਾਸਤੇ ਜੂਝ ਕਰ ਲਿਆ ਆ। ਉਹਨਾਂ ਦਾ ਨਾਮ ਵਰਤ ਕੇ, ਪਾਤਸ਼ਾਹਾਂ ਦਾ ਨਾਮ ਵਰਤ ਲਿਆ। ਸਾਡੇ ਗੁਰਸਥਾਨ ਨੇ ਜਿੱਥੋਂ ਇਨਕਲਾਬੀ ਲਹਿਰਾਂ ਉੱਠੀਆਂ, ਮੈਂ ਹਮੇਸ਼ਾ ਪਿੱਛੇ ਜੇ ਕਿਹਾ ਸੀ, ਪੂਜਾ ਸਥਲ ਵੱਖਰੀ ਚੀਜ਼ ਹੈ, ਪੂਜਾ ਇੱਕ ਸਾਡਾ ਇਤਿਹਾਸਕ ਥਾਂ ਹੈ, ਵੱਖਰੀ ਚੀਜ਼ ਹੈ। ਮੈਂ ਕਿਹਾ ਸੀ ਵੀ ਜੇ ਮੇਰਾ ਬੱਚਾ ਹੋਵੇ, ਮਤਲਬ ਮੈਂ ਉਹਨੂੰ ਲੈ ਕੇ ਜਾਵਾਂ ਆਪਣੇ ਬੱਚੇ ਨੂੰ, ਤੇ ਮੈਂ ਉਹਨੂੰ ਇਹ ਦੱਸੂਗਾ ਕਿ ਇਹ ਦਰਬਾਰ ਸਾਹਿਬ ਹੈ, ਆਹ ਹੈਗੀ ਹੈ ਦੁੱਖ ਭੰਜਣੀ ਬੇਰੀ, ਆਹ ਹੈਗਾ ਇੱਕ ਤਲਾਬ, ਸਰੋਵਰ ਤਲਾਬ, ਇੱਥੇ ਇਸ ਤਲਾਬ ਦੇ ਕੰਢੇ ਆਹ ਥੜੇ ਦੇ ਉੱਤੇ ਬਹਿ ਕੇ ਐਸ ਬੇਰੀ ਦੇ ਥੱਲੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਸੀ ਵੀ ਤੀਰਥਾਂ 'ਚ ਨਹਾਉਣ ਦਾ ਕੋਈ ਫਾਇਦਾ। ਜੋਗ ਨਾ ਪੂਜਾ ਮੜੀ ਮਸਾਣੀ, ਜੋਗ ਨਾ ਤੀਰਥ ਨਹੀਂ ਹੈ। ਬਸ ਮਤਲਬ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮਹਾਰਾਜ ਨੇ ਕਿਹਾ ਤੀਰਥ ਕੀ ਹੈ? ਗਿਆਨ, ਸਮਝ, ਅਕਲ ਲੈਣੀ, ਤੀਰਥ ਨਹਾਉਣਾ। ਮਤਲਬ ਇਹਨਾਂ ਗੁਰ ਅਸਥਾਨਾਂ ਦੀ ਰਿਸਪੈਕਟ ਰੱਖੋ, ਤੀਰਥ ਨਾ ਬਣਾਓ। ਤੀਰਥ ਹੋਰ ਚੀਜ਼ ਹੈ, ਗੁਰਬਾਣੀ ਤੀਰਥਾਂ ਦਾ ਖੰਡਨ ਕਰਦੀ ਹੈ। ਤੀਰਥ ਬਣਾ ਕੇ ਤੁਸੀਂ ਪੂਜਾ ਸਥਲ ਬਣਾ ਕੇ ਫਿਰ ਤੁਸੀਂ ਪੈਸਾ ਇਕੱਠਾ ਕਰਨ ਵੱਲ ਤੁਰ ਪੈਂਦੇ ਹੋ। ਜਦੋਂ ਤੁਸੀਂ ਇੱਕ ਇਤਿਹਾਸਕ ਥਾਂ ਰੱਖੋ ਤੇ ਗਿਆਨ ਨੂੰ ਗੁਰੂ ਮੰਨੋ, ਗੁਰਬਾਣੀ ਦਾ ਗਿਆਨ ਹੈ ਜਿਹੜਾ, ਉਹਨੂੰ ਅਸੀਂ ਵੱਡਾ ਰੱਖੀਏ। ਫਿਰ ਪਿੰਡ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਨ ਨੇ। ਹੁਣ ਪਿੰਡ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਨ ਨਹੀਂ, ਪਿੰਡਾਂ ਦੇ ਵਿੱਚ ਕੀ ਹੋ ਰਿਹਾ? ਪਿੰਡਾਂ ਦੇ ਵਿੱਚ ਚੌਰ ਕਰਨ ਵਾਲਾ ਵੀ ਸਵੇਰੇ ਹੈ ਨਹੀਂ,
ਪਰ ਦੂਜੇ ਇਤਿਹਾਸਕ ਥਾਵਾਂ ਦੇ ਉੱਤੇ ਤੇ ਲੱਖਾਂ ਲੋਕੀ ਤਰਸਦੇ ਨੇ ਵੀ ਨੇੜੇ ਲੱਗ ਜਾਈਏ। ਮਤਲਬ ਗੁਰਬਾਣੀ ਨੂੰ ਸੁਰਤ ਵਿੱਚ ਵੱਡਾ ਨਹੀਂ ਕੀਤਾ, ਵੱਡਾ ਕਰੀਏ ਗੁਰੂ ਗ੍ਰੰਥ ਸਾਹਿਬ ਨੂੰ, ਵੱਡਾ ਕਰੀਏ ਗਿਆਨ ਨੂੰ, ਜੋ ਗੁਰਬਾਣੀ ਦਾ ਅਸਲ ਗਿਆਨ ਹੈ। ਇਸ ਤਰ੍ਹਾਂ ਇੱਕ ਤਰੀਕਾ ਹੈ ਪੁਜਾਰੀ ਦਾ, ਪੁਜਾਰੀ ਕਰਦਾ ਹੀ ਏਦਾਂ, ਚਾਹੇ ਧਰਮ ਕੋਈ ਵੀ ਹੋਵੇ, ਪੁਜਾਰੀ ਕਰਦਾ ਹੀ ਇਸ ਤਰ੍ਹਾਂ। ਤੁਸੀਂ ਜਿਹੜੀ ਚੀਜ਼ ਪਿਛਲੇ ਕੁਝ ਸਮੇਂ ਦੇ ਦੌਰਾਨ ਉਭਾਰੀ ਹੈ ਉਹ ਪੁਜਾਰੀਵਾਦ ਹੈ ਕਿ ਉਹਦਾ ਕਿਵੇਂ ਕਿਸ ਤਰੀਕੇ ਨਾਲ ਕਬਜ਼ਾ ਹੋ ਗਿਆ ਜਾਂ ਉਹ ਹੁਣ ਇਹ ਕਬਜ਼ਾ ਟੁੱਟਣ ਨਹੀਂ ਦੇਣਾ ਚਾਹੁੰਦਾ। ਭਾਈ ਸਾਹਿਬ ਸਵਾਲ ਇਹ ਹੈ ਕਿ ਅਸੀਂ 550 ਸਾਲਾ ਗੁਰੂ ਨਾਨਕ ਸਾਹਿਬ ਦਾ ਮਨਾ ਕੇ ਹਟੇ ਹਾਂ, ਫਿਰ ਕਹਾਣੀ ਤਾਂ ਉੱਥੇ ਹੀ ਖੜੀ ਹੈ ਜਿਹਦੇ ਖਿਲਾਫ ਗੁਰੂ ਨਾਨਕ ਸਾਹਿਬ ਜਿਸ ਪੁਜਾਰੀਵਾਦ ਦੇ ਖਿਲਾਫ ਲੜਦੇ ਰਹੇ, ਅੱਜ ਵੀ ਜਿਹੜਾ ਗੱਲ ਚੱਲ ਰਹੀ ਹੈ ਉਸੇ ਚੀਜ਼ ਦੀ ਜਿਹੜੀ ਉਹ ਚੱਲ ਰਹੀ ਹੈ ਜਿਹੜੀ ਤੁਸੀਂ ਕੀਤੀ ਹੈ ਕਿ ਜਦੋਂ ਕੈਮਰੇ ਦੇ ਉੱਤੇ ਗੁਰਬਾਣੀ ਬ੍ਰੌਡਕਾਸਟ ਹੁੰਦੀ ਹੈ ਕਿਸੇ ਚੈਨਲ ਤੇ, ਉੱਥੇ ਉਹਦੇ ਮੂਹਰੇ ਬੈਠਣ ਵਾਲਿਆਂ ਦੀ ਦੌੜ ਲੱਗੀ ਹੁੰਦੀ ਹੈ, ਉਹਨੂੰ ਇਸ਼ਾਰਾ ਕਰੇ ਹੁਣ ਤੂੰ ਉੱਠ ਜਾ 5 ਮਿੰਟ ਹੋ ਗਏ ਹੁਣ ਇਹਨੇ ਬਹਿਣਾ, ਗੱਲ ਉਹ ਉੱਥੇ ਚੱਲਦੀ। ਅਸੀਂ ਫਿਰ 550 ਸਾਲਾਂ ਦੇ ਦੌਰਾਨ ਪਹੁੰਚੇ ਕਿਤੇ ਨਹੀਂ ਜੀ ਪਹੁੰਚੇ। ਜਦੋਂ ਪੰਨੂ ਸਾਹਿਬ ਪੁਜਾਰੀ ਕਬਜ਼ਾ ਕਰ ਲੈਂਦਾ ਨਾ, ਪੁਜਾਰੀ ਮਲੀਆ ਮੇਟ ਕਰ ਦਿੰਦਾ ਸਿਧਾਂਤ ਦਾ, ਅਸੂਲ ਦਾ, ਫਿਲਾਸਫੀ ਦਾ। ਸਵਾਰਥੀ ਬੰਦਾ ਜਦੋਂ ਵੀ ਕਿਸੇ ਸਿਸਟਮ ਦੇ ਵਿੱਚ ਵੜੇਗਾ, ਕਿਸੇ ਲਹਿਰ ਦੇ ਵਿੱਚ ਜਦੋਂ ਸਵਾਰਥੀ ਬੰਦੇ ਆ ਜਾਣਗੇ, ਉਹ ਲਹਿਰ ਨੂੰ ਖਤਮ ਕਰ ਦਿੰਦੇ ਨੇ। ਪੁਜਾਰੀ ਹੈਗਾ ਸਵਾਰਥੀ, ਉਹ ਕੀ ਕਰਦਾ ਹੈ, ਆਪਾਂ ਪਿਛਲੀਆਂ ਗੱਲਾਂ ਮੈਂ ਇੰਟਰਵਿਊ 'ਚ ਵੀ ਗੱਲ ਕੀਤੀ ਹੈ, ਪੁਜਾਰੀ ਕਿਸੇ ਭਗਵਾਨ ਦਾ, ਕਿਸੇ ਅੱਲਾ ਦਾ, ਕਿਸੇ ਗੁਰੂ ਦਾ, ਗੁਰੂ ਨਾਨਕ ਦਾ ਸੱਕਾ ਨਹੀਂ ਹੈ। ਇਸਲਾਮ ਧਰਮ ਦਾ ਪੁਜਾਰੀ ਖਤਰਨਾਕ ਹੈ ਤੇ ਝੂਠੀਆਂ ਮਨੌਤਾਂ ਲੋਕਾਂ ਨੂੰ ਦੱਸਦਾ ਉਹਨਾਂ ਦੇ ਨਾਂ ਉੱਤੇ। ਜਦੋਂ ਵੀ ਕਿਤੇ ਇਸਲਾਮ ਧਰਮ ਵਾਲਿਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਾਂ ਪਵੇਗਾ, ਉਹ ਇਸਲਾਮ ਧਰਮ ਕਰਕੇ ਨਹੀਂ, ਮੁਹੰਮਦ ਸਾਹਿਬ ਕਰਕੇ ਨਹੀਂ, ਉਹਨਾਂ ਦੇ ਪੁਜਾਰੀ ਕਰਕੇ, ਜਿਹਨੇ ਕੱਟੜਵਾਦ ਦਿਮਾਗ ਵਿੱਚ ਵਾੜ ਕੇ ਬਲਾਸਟ ਕਰਵਾਉਣੇ ਨੇ, ਲੋਕਾਂ ਨੂੰ ਏਦਾਂ ਦਾ ਬਣਾਉਣਾ, ਉਹ ਪੁਜਾਰੀ ਹੈ। ਉਹ ਜੂਝ ਕਰ ਰਿਹਾ ਨਾ ਪਬਲਿਕ, ਉਹ ਵੀ ਜ਼ਰੂਰੀ ਨਹੀਂ ਪੈਸਾ ਹੀ ਹੋਵੇ, ਪਰ ਜੂਝ ਕਰਦਾ। ਜਿੱਦਣ ਹਿੰਦੂ ਪੁਜਾਰੀ ਨੂੰ, ਹਿੰਦੂ ਆਮ ਸਿੱਖ ਹਿੰਦੂ ਲੋਕਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਏਗਾ, ਜਦੋਂ ਉਸ ਵੇਲੇ ਵੀ ਉਹਦੇ ਵਿੱਚ ਪੁਜਾਰੀ ਕਾਬਜ ਹੈ, ਨਾ ਕਿ ਭਗਵਾਨ ਕ੍ਰਿਸ਼ਨ, ਨਾ ਰਾਮ। ਉਹ ਜਿਹੜੇ ਸੀ ਉਹ ਇੱਕ ਚੰਗੇ ਪੁਰਖ ਹੋਏ ਹੈ। ਇਹ ਕੀ ਕਰਦਾ ਜਿਹੜਾ ਪੁਜਾਰੀ ਹੈ, ਪੁਜਾਰੀ ਉਹਨਾਂ ਦੇ ਨਾਂ ਤੇ ਖਾਂਦਾ ਹੈ। ਜਦੋਂ ਵਿਭਚਾਰ ਕਰਨਾ ਹੁੰਦਾ ਹੈ ਤੇ ਇਹ ਪੁਜਾਰੀ ਉਹਨਾਂ ਨੂੰ ਹੀ ਬਦਨਾਮ ਕਰਦਾ ਹੈ। ਉਹਨਾਂ ਦੀਆਂ ਜੀ ਇੰਨੀਆਂ ਰਾਣੀਆਂ, 3000 16,000 ਰਾਣੀਆਂ, ਇਹ ਗੱਲਾਂ ਪੁਜਾਰੀ ਗੋਪੀਆਂ ਦਾ ਨਾਂ ਫੈਲਾਉਂਦਾ ਹੈ। ਕਾਰਨ ਕਿਉਂ ਹੈ? ਕਿਉਂਕਿ ਪੁਜਾਰੀ ਨੇ ਜਦੋਂ ਖਾਣ ਦਾ ਜੀ ਕਰਦਾ ਉਦੋਂ ਵਰਤ ਲੈਂਦਾ, ਜਦੋਂ ਵਿਭਚਾਰ ਕਰਨਾ ਹੁੰਦਾ ਕਹਿੰਦੇ ਭਗਵਾਨ ਜੀ ਵੀ ਤਾਂ ਚੋਜ ਨੇ, ਇਹ ਤਾਂ ਚੋਜ ਕਹਿ ਕੇ ਭਗਵਾਨ ਦੇ। ਤੇ ਫਿਰ ਇਹ ਬੰਦਾ ਆਪ ਦੇਵਦਾਸੀਆਂ ਨੂੰ ਲਿਆਉਂਦਾ ਹੈ, ਕਰਦਾ ਰੇਪ ਹੀ ਹੈ, ਪਰ ਉਹਦਾ ਨਾਮ ਕੁਝ ਹੋਰ ਰੱਖ ਲਿਆ ਜਾਂਦਾ ਹੈ। ਇਹ ਹੈ ਪੁਜਾਰੀ, ਜਿਹਦੇ ਕਰਕੇ ਹਿੰਦੂ ਸਮਾਜ ਨੂੰ ਭਗਵਾਨ ਕ੍ਰਿਸ਼ਨ ਕਰਕੇ ਨਹੀਂ, ਪੁਜਾਰੀ ਦੀਆਂ ਗੱਪ ਕਹਾਣੀਆਂ ਕਰਕੇ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਜਾਰੀ ਨਾ ਮੁਹੰਮਦ ਸਾਹਿਬ ਦਾ ਸੱਕਾ ਹੈ, ਨਾ ਪੁਜਾਰੀ ਕ੍ਰਿਸ਼ਨ ਜੀ ਦਾ, ਰਾਮ ਜੀ ਦਾ ਸੱਕਾ ਹੈ। ਅਗਲੀ ਗੱਲ ਆ ਗਈ ਸਿੱਖਾਂ ਦੀ। ਸਿੱਖਾਂ ਦਾ ਜਿਹੜਾ ਪੁਜਾਰੀ ਹੈ, ਇਹ ਗੁਰੂ ਸਾਹਿਬ ਦਾ ਸੱਕਾ ਨਹੀਂ। ਜੇ ਇਹ ਗੁਰੂ ਸਾਹਿਬ ਦਾ ਸੱਕਾ ਹੈ, ਫਿਰ ਜਿਹੜੇ ਗ੍ਰੰਥ ਵਿੱਚ ਗੁਰੂ ਹਰਿਰਾਏ ਸਾਹਿਬ ਦੇ 8 ਵਿਆਹ ਲਿਖੇ ਨੇ, ਉਹਨੂੰ ਬੈਨ ਕਿਉਂ ਨਹੀਂ ਕਰਦਾ? ਜਿਹੜੇ ਗ੍ਰੰਥ ਦੇ ਵਿੱਚ ਗੁਰੂ ਸਾਹਿਬ ਫੀਮ ਖਾਂਦੇ ਲਿਖੇ ਨੇ, ਉਹਨੂੰ ਬੈਨ ਕਿਉਂ ਨਹੀਂ ਕਰਦਾ? ਜਿਹੜੇ ਗ੍ਰੰਥ ਦੇ ਵਿੱਚ ਗੁਰੂ ਸਾਹਿਬ ਦੇ ਉੱਤੇ ਇੰਨੇ ਇਲਜ਼ਾਮ ਲਾਏ ਗਏ ਆ, ਵਡਿਆਈਆਂ ਕਰਦੇ ਕਰਦੇ ਉਹਨੂੰ ਵਿਸ਼ਨੂੰ ਦਾ ਅਵਤਾਰ ਤੇ ਫਲਾਣੇ ਦਾ ਅਵਤਾਰ ਤੇ ਫਲਾਣੇ ਦਾ ਅਵਤਾਰ ਦੱਸਿਆ, ਲਵ ਕੁਸ਼ ਦੀ ਔਲਾਦ ਦੱਸਿਆ, ਉਹੀ ਜਿਹੜੀ ਇਕਬਾਲ ਸਿੰਘ ਤੇ ਪ੍ਰਧਾਨ ਮੰਤਰੀ ਹੋਰਾਂ ਵਾਲਾ ਬਿਆਨ, ਉਹ ਬਿਲਕੁਲ ਆਪਾਂ ਅੱਗੇ ਗੱਲ ਕਰ ਲੈਂਦੇ ਹੋ। ਮਤਲਬ ਇਹ ਸਾਰਾ ਕੁਝ ਬੈਨ ਕਿਉਂ ਨਹੀਂ ਕਰਦਾ? ਸੱਚ ਇਹ ਹੈ, ਜਿਹੜਾ ਪੁਜਾਰੀ ਮੁਹੰਮਦ ਸਾਹਿਬ ਦਾ ਸੱਕਾ ਨਾ ਹੋਇਆ, ਮੁਸਲਮਾਨ ਪੁਜਾਰੀ ਮੁਹੰਮਦ ਸਾਹਿਬ ਦਾ ਸੱਕਾ ਨਾ ਹੋਇਆ, ਹਿੰਦੂ ਪੁਜਾਰੀ ਰਾਮ ਕ੍ਰਿਸ਼ਨ ਦਾ ਸੱਕਾ ਨਾ ਹੋਇਆ, ਸਿੱਖ ਪੁਜਾਰੀ ਗੁਰੂ ਨਾਨਕ ਤੇ ਗੁਰੂ ਹਰਿਰਾਏ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਦਾ ਸੱਕਾ ਨਾ ਹੋਇਆ, ਤੇ ਇਹ ਸਾਡੇ ਤੁਹਾਡੇ ਵਰਗਿਆਂ ਦਾ ਸੱਕਾ ਕਿਵੇਂ ਹੋ ਜਾਏਗਾ? ਜਿਹੜੇ ਤਰਕ ਕਰਦੇ ਨੇ, ਜਿਹੜੇ ਇਹਨਾਂ ਤੇ ਸਵਾਲ ਕਰਦੇ ਨੇ, ਜਿਹੜੇ ਮਾੜਾ ਜਿਹਾ ਵੀ ਇਹਨਾਂ ਦੇ ਸਿਸਟਮ ਤੇ ਉਂਗਲ ਚੁੱਕਦੇ ਨੇ। ਪਾਤਸ਼ਾਹਾਂ ਬਾਰੇ ਗਲਤ ਚੀਜ਼ਾਂ ਲਿਖੀਆਂ ਹੋਣ ਤੇ ਉਹਦੇ ਉੱਤੇ ਤੁਸੀਂ ਕੱਪੜਾ ਪਾ ਕੇ ਰੱਖੋ, ਪ੍ਰਕਾਸ਼ ਕਰੋ, ਚਵਰ ਛਤਰ ਤਖਤ ਲਾ ਦਿਓ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ। ਕਿਉਂ? ਕਿਉਂਕਿ ਤੁਸੀਂ ਸਕੇ ਨਹੀਂ ਪਾਤਸ਼ਾਹ ਦੇ,
ਜੇ ਸਕੇ ਹੋਵੋ ਤਾਂ ਤੁਸੀਂ ਉਹਦੇ ਤੇ ਵਿਚਾਰ ਕਰੋ ਵੀ ਜਿਹੜੇ ਬੰਦੇ ਗੱਲਾਂ ਦੱਸਦੇ ਆ ਇਹਦੇ ਤੇ ਵਿਚਾਰ ਕਰੋ। ਨਹੀਂ ਤੇ ਆਉਣ ਵਾਲੇ ਸਮੇਂ ਵਿੱਚ ਇਹ ਨਰਿੰਦਰ ਮੋਦੀ ਵਰਗਿਆਂ ਨੇ ਤੇ ਇਕਬਾਲ ਸਿੰਘ ਵਰਗਿਆਂ ਨੇ ਇਹਨਾਂ ਗ੍ਰੰਥਾਂ ਚੋਂ ਪੜ੍ਹ ਕੇ ਜਦੋਂ ਸੁਣਾਇਆ ਤੇ ਸਾਰੀ ਕੌਮ ਨੂੰ ਨਮੋਸ਼ੀ ਚ ਡੁੱਬਣਾ ਪੈਣਾ। ਇਹਨਾਂ ਨੇ ਉਹਦੇ ਤੇ ਵਿਚਾਰ ਨਹੀਂ ਕਰਨੀ। ਇਹਨਾਂ ਨੇ ਜਿਹੜਾ ਉੱਤੇ ਸਵਾਲ ਕਰੇਗਾ ਗ੍ਰੰਥਾਂ ਤੇ ਉਹਨੂੰ ਚੱਕ ਕੇ ਬਾਹਰ ਮਾਰਨਾ ਹੈ। 20 ਸਾਲਾਂ ਵਿੱਚ ਇੱਕ ਵੀ ਸਾਧ, ਇੱਕ ਵੀ ਪਖੰਡ ਕਰਨ ਵਾਲਾ ਬੰਦਾ ਛੇਕਿਆ ਪਿਛਲੇ 20 25 30 50 ਸਾਲਾਂ ਚ ਨਹੀਂ। ਜੇ ਛੇਕੇ ਗਏ ਹੈ ਪੁਜਾਰੀਆਂ ਤੇ ਸਵਾਲ ਕਰਨ ਵਾਲੇ, ਗ੍ਰੰਥਾਂ ਤੇ ਸਵਾਲ ਕਰਨ ਵਾਲੇ। ਉਹ ਪਿਆਰ ਕਰਦੇ ਸੀ ਪਾਤਸ਼ਾਹਾਂ ਨੂੰ, ਗੁਰੂ ਸਾਹਿਬ ਨੂੰ, ਵੀ ਯਾਰ ਆਹ ਤਾਂ ਬੜੇ ਭੈੜੇ ਇਲਜ਼ਾਮ ਨੇ, ਇਹਨੂੰ ਬਾਹਰ ਕੱਢੋ। ਉਹਨੂੰ ਬਾਹਰ ਕੱਢਤਾ, ਉਹਨਾਂ ਨੂੰ ਬਾਹਰ ਕੱਢਤਾ, ਪਰ ਗ੍ਰੰਥਾਂ ਨੂੰ ਕੁਝ ਨਹੀਂ ਕਿਹਾ। ਉਹਦੀ ਕਥਾ ਕਰਨ ਵਾਲੇ ਸਾਧਾਂ ਨੂੰ ਕੁਝ ਨਹੀਂ ਕਿਹਾ। ਤੁਸੀਂ ਲੰਬੇ ਸਮੇਂ ਤੋਂ ਇਸ ਮਾਮਲੇ ਨੂੰ ਨਿਰੰਤਰ ਜਿਹੜਾ ਜੀ ਉਹ ਉਭਾਰਿਆ। ਵੈਸੇ ਭਾਈ ਸਾਹਿਬ ਇਹ ਕਿੰਨਾ ਕੁ ਚਿਰ ਲੱਗ ਗਿਆ ਇਸ ਚੀਜ਼ ਨੂੰ ਇੱਥੋਂ ਤੱਕ ਲਿਆਉਂਦਾ ਵੀ ਉਹ ਤਾਂ ਹੁਣ ਉਹ ਇਕਬਾਲ ਸਿੰਘ ਉਹਨਾਂ ਦੀ ਮੈਂ ਇੱਕ ਇੰਟਰਵਿਊ ਦੇ ਰਿਹਾ ਤਾਂ ਕੱਲਾ ਚੁੱਕ ਰਿਹਾ, ਆਹ ਦੇਖੋ ਮੈਂ ਇਹ 'ਚੋਂ ਪੜ੍ਹਿਆ, ਮੈਂ ਤਾਂ ਇਹਦੇ ਵਿੱਚੋਂ ਪੜ੍ਹਿਆ। ਮਤਲਬ ਇਹ ਅਵੇਸਲਾਪਨ ਸੀਗਾ ਸਾਡੇ ਭਾਈਚਾਰੇ ਦਾ, ਜਿਹਨੇ ਦੇਖਿਆ ਹੀ ਨਹੀਂ ਇਸ ਪਾਸੇ ਵੀ ਇਹ ਕੀ ਕੁਛ ਆ ਰਿਹਾ। ਹਾਂਜੀ ਬਿਲਕੁਲ ਜੀ। ਆਮ ਲੋਕ ਜਿਹੜੇ ਨੇ ਚੁੱਪ ਨੇ। ਸਭ ਤੋਂ ਵੱਡੀ ਪ੍ਰੋਬਲਮ ਹੈ ਆਮ ਲੋਕਾਂ ਦੀ, ਜਿਨ੍ਹਾਂ ਨੂੰ ਸਮਝ ਆ ਜਾਂਦੀ ਹੈ ਪਰ ਉਹ ਅਕਾਲ ਤਖਤ ਸਾਹਿਬ ਨੂੰ ਅੱਗੇ ਕਰ ਦਿੰਦੇ ਨੇ। ਇਸ ਗੱਲ ਚੁੱਪ ਕਰ ਜਾਂਦਾ, ਅਗਲਾ ਬੋਲਦਾ ਹੀ ਨਹੀਂ, ਡਰ ਜਾਂਦਾ ਹੈ ਵੀ ਅਕਾਲ ਤਖਤ ਸਾਹਿਬ। ਮਤਲਬ ਇਹ ਕੀ ਕਰਦੇ ਨੇ, ਆਪਣੀਆਂ ਸਾਰੀਆਂ ਕਮੀਆਂ ਦਰਬਾਰ ਸਾਹਿਬ ਦੇ ਅਕਾਲ ਤਖਤ ਦੇ ਨਾਮ ਹੇਠ ਲੁਕੋ ਲੈਂਦੇ ਨੇ। ਹੁਣ ਖਦਸ਼ਾ ਜ਼ਾਹਰ ਕੀਤਾ ਸੀ ਵਿਦਵਾਨਾਂ ਨੇ ਵੀ ਇਹਨਾਂ ਵਿੱਚ ਗਲਤ ਹੈ, ਆਉਣ ਵਾਲੇ ਸਮੇਂ 'ਚ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਹੋਇਆ ਉਹ, ਜੇ ਨਰਿੰਦਰ ਮੋਦੀ ਨੇ ਕਹਿ ਦਿੱਤਾ ਗੋਬਿੰਦ ਰਾਮਾਇਣ ਲਿਖੀ ਹੈ ਤੇ ਰਾਮਾ ਅਵਤਾਰ ਕਹਿੰਦੇ ਨੇ, ਪਰ ਤੁਸੀਂ ਆਪ ਕਹਿੰਦੇ ਹੋ ਕਿ ਰਾਮਾ ਅਵਤਾਰ ਤੇ ਕ੍ਰਿਸ਼ਨ ਅਵਤਾਰ ਗੁਰੂ ਗੋਬਿੰਦ ਸਿੰਘ ਨੇ ਲਿਖਿਆ, ਤੁਸੀਂ ਆਪ ਮੰਨਦੇ ਹੋ, ਦਸਮ ਗ੍ਰੰਥ ਵਿੱਚ ਲਿਖਿਆ। ਜਦੋਂ ਗੱਲ ਆਉਂਦੀ ਹੈ ਜੇ ਉਹਨਾਂ ਨੇ ਕਿਹਾ ਦੇਵੀ ਦੀ ਪੂਜਾ ਪ੍ਰਥਮ ਭਗਉਤੀ ਸਿਮਰਤ ਹੈ, ਉਦੋਂ ਕੀ ਕਰਾਂਗੇ? ਅਸੀਂ ਕਹਿ ਜਾਈਏ ਵੀ ਭਗਉਤੀ ਦਾ ਅਰਥ ਸ਼ਕਤੀ ਹੈ, ਇਹ ਜਸਟੀਫਾਈ ਕਰਦੇ ਆ ਅਸੀਂ। ਗੋਲ ਮੋਲ ਪ੍ਰਚਾਰਕ ਨੇ ਨਾ ਜਿਹੜੇ ਫਿਲਾਸਫੀ ਬਣਾ ਕੇ ਇਹਨੂੰ ਕਵਰ ਕਰਨ ਦੀ ਟਰਾਈ ਕਰਦੇ ਨੇ, ਪਰ ਕਵਰ ਨਹੀਂ ਹੋਣਾ। ਕੱਲੀ ਇੱਕ ਇੱਥੋਂ ਤੇ ਕਰ ਲਓਗੇ ਜਿੱਥੇ ਸਾਰਾ ਚੰਡੀ ਚਰਿੱਤਰ ਲਿਖਿਆ, ਉੱਥੇ ਜਦੋਂ ਸਾਰਾ ਕੁਝ ਕਿਵੇਂ ਲੜਦੀ ਹੈ, ਕਿਵੇਂ ਕਰਦੀ ਹੈ, ਕਿਵੇਂ ਆਉਂਦੀ ਹੈ, ਉੱਥੇ ਫਿਰ ਤਲਵਾਰ ਨਹੀਂ ਕਰ ਲੜ ਰਹੀ, ਉੱਥੇ ਤਲਵਾਰ ਨੂੰ ਫੜ ਕੇ ਕੋਈ ਲੜ ਰਿਹਾ ਰਾਖਸ਼ਾਂ ਨਾਲ। ਉਹ ਸਾਰੀਆਂ ਕਹਾਣੀਆਂ ਸਾਹਮਣੇ ਆ ਜਾਣਗੀਆਂ। ਅਜੇ ਇੱਥੇ ਹੀ ਬਸ ਨਹੀਂ। ਮੈਂ ਤਾਂ ਕਹਿ ਰਿਹਾ ਜੀ ਉਹ ਲੋਕ ਚੰਗੇ ਨੇ ਜਿਹੜੇ ਅਜੇ ਚੁੱਪ ਨੇ। ਜਿੱਦਣ ਉਹਨਾਂ ਨੇ ਸਾਡੇ ਸਾਹਮਣੇ ਸਾਡੇ ਗ੍ਰੰਥ ਰੱਖਤੇ ਵੀ ਆਹ ਤੁਹਾਡੇ ਪਾਤਸ਼ਾਹ ਬਾਰੇ ਲਿਖਿਆ, ਤੁਸੀਂ ਲਿਖਿਆ, ਅਸੀਂ ਥੋੜਾ ਲਿਖਿਆ, ਭਾਈ ਸੰਤੋਖ ਸਿੰਘ ਨੇ ਲਿਖਿਆ, ਆਹ ਵੇਖੋ ਤੁਹਾਡੇ ਪਾਤਸ਼ਾਹ ਬਾਰੇ, ਆਹ ਵੇਖੋ, ਸਾਨੂੰ ਤੇ ਧਰਤੀ ਨੇ ਵੇਲ ਨਹੀਂ ਦੇਣਾ। ਅਸੀਂ ਤਾਂ ਤਲਵਾਰ ਕੱਢ ਕੇ ਮਗਰ ਪੈ ਜਾਂਦੇ ਆ। ਪਰ ਇੰਨਾ ਸ਼ੁਕਰ ਹੈ ਜੀ ਵੀ ਅਜੇ ਉਹ ਪੜ੍ਹ ਕੇ ਨਹੀਂ ਸੁਣਾਉਂਦੇ। ਕੱਲ ਨੂੰ ਕੋਈ ਮੂਵੀ ਨਹੀਂ ਬਣ ਗਈ, ਤਰੀਆ ਚਰਿੱਤਰ, ਔਰਤਾਂ ਦੇ ਚਰਿੱਤਰ ਕੀ ਨੇ, ਇੱਕ ਬੰਦਾ ਐਕਟਰ ਬਣ ਗਿਆ, ਇੱਕ ਐਕਟਰਸ ਬਣ ਗਈ, ਤੇ ਉਹਨਾਂ ਨੇ ਜਦੋਂ ਚਰਿੱਤਰ ਖੇਡ ਕੇ ਫਿਲਮ ਬਣਾਤੀ 2 ਘੰਟੇ ਦੀ, ਤੇ ਸਟੋਰੀ ਕਰਤਾ ਲਿਖਤਾ ਗੁਰੂ ਗੋਬਿੰਦ ਸਿੰਘ, ਤੇ ਅਸੀਂ ਕਿੱਥੇ ਮਰਾਂਗੇ? ਫਿਰ ਅਸੀਂ ਕਹਿਣਾ ਨਹੀਂ ਗੁਰੂ ਗੋਬਿੰਦ ਸਿੰਘ ਦੀ, ਉਹਨਾਂ ਨੇ ਕਹਿਣਾ ਇਹਦੇ 'ਚ ਪੜ੍ਹੀ ਸੀ, ਇਹ 'ਚ ਸਟੋਰੀ ਲਿਖੀ ਹੈ, ਅਸੀਂ ਸਟੋਰੀ ਚੜ੍ਹ ਕੇ ਉੱਤੇ ਫਿਲਮਾਂਕਣ ਕਰਤਾ ਉਹਦੇ ਉੱਤੇ। ਪ੍ਰੋਬਲਮ ਕਿਸ ਗੱਲ ਦੀ ਹੈ? ਉਸ ਵੇਲੇ ਧਰਤੀ ਵੇਲ ਦੇਗੀ ਸਿੱਖਾਂ ਨੂੰ। ਚਾਹੀਦਾ ਇਹ ਹੈ ਜਿਹੜੇ ਵੀ ਗ੍ਰੰਥਾਂ ਵਿੱਚ ਮਿਲਾਵਟ ਜਾਂ ਕੁਛ ਵੀ ਹੈ ਇਹਨਾਂ ਬਾਰੇ ਵਿਚਾਰ ਹੋਵੇ। 5-7 ਸਾਲ ਦਾ ਟਾਈਮ ਲਓ, ਸਾਰੇ ਬੰਦਿਆਂ ਨੂੰ ਚੁੱਪ ਕਰਾ ਦਿਓ ਵੀ ਨਾ ਕੋਈ ਇਹਦੇ ਹੱਕ 'ਚ ਨਾ ਕੋਈ ਵਿਰੋਧ ਵਿੱਚ ਸਟੇਟਮੈਂਟ ਨਾ ਦੇਵੇ। ਅਥਾਰਟੀ ਹੈਗੀ ਹੈ, ਅਥਾਰਟੀ ਕਰੂਗੀ। ਨਾ ਬੋਲੇ ਧੁੰਮੇ ਵਰਗੇ, ਨਾ ਜਨਾਲੇ ਵਰਗੇ, ਨਾ ਰਣਜੀਤ ਸਿੰਘ ਵਰਗੇ, ਕਰ ਜਾਣ ਚੁੱਪ। ਇਹਨਾਂ ਗ੍ਰੰਥਾਂ ਬਾਰੇ ਵਿਚਾਰ ਕਰਦੇ ਆ, 5-4 ਸਾਲ ਬਾਅਦ ਤੁਹਾਡੇ ਸਾਹਮਣੇ ਇਹ ਰੱਖ ਦਿਆਂਗੇ। ਉਹ ਪੜ੍ਹੋ, ਉਹ ਵਿਚਾਰੋ, ਉਦੋਂ ਅੱਗੇ ਪਿੱਛੇ ਕੋਈ ਪ੍ਰਚਾਰਕ ਨਾ ਜਾਵੇ। ਕੀ ਇਹ ਹੋ ਸਕੂਗਾ? ਕਿਉਂਕਿ ਇੱਕ ਹਿੰਦੀ ਦੀ ਅਖਬਾਰ ਦੇ ਵਿੱਚ 8ਵੇਂ ਪਾਤਸ਼ਾਹ ਦੇ ਬਾਰੇ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹੁਣੀ ਲਿਖਦੇ ਆ ਕਿ ਉਹ ਜੋਤੀ ਜੋਤ ਸਮਾਉਣ ਦੇ ਵੇਲੇ ਇਹ ਕਹਿ ਗਏ ਕਿ ਹੁਣ ਮੇਰੇ ਦਰਸ਼ਨ ਗੁਰੂ ਗ੍ਰੰਥ ਸਾਹਿਬ 'ਚ ਹੋਣਗੇ, ਜਦੋਂ ਕਿ ਇਟ ਮੀਨਸ ਕਿ ਉਹਨਾਂ ਨੇ 9ਵੇਂ ਤੇ 10ਵੇਂ ਗੁਰੂ ਨੂੰ ਕੱਟ ਕਰਤਾ ਵੀ ਨਾ ਉਹਦੇ 'ਚ 9ਵੇਂ ਮਹੱਲੇ ਦੇ ਸ਼ਲੋਕ ਹੋਣਗੇ, ਨਾ ਗੁਰਗੱਦੀ ਵਾਲੀ ਜਿਹੜੀ ਜੀ ਉਹ ਮਾਨਤਾ ਹੋਊਗੀ। ਇਹ ਮਤਲਬ ਕਿ 4 ਚਫੇਰੇ ਤੋਂ ਇੱਕ ਹਮਲੇ ਨੇ, ਚਾਹੇ ਉਹ ਗ੍ਰੰਥਾਂ ਦੇ ਰੂਪ 'ਚ ਹੋ ਚੁੱਕੇ ਜਾਂ ਅੱਜ ਜਿਹੜੀ ਲੀਡਰਸ਼ਿਪ ਹੈ ਉਹ ਇਹੋ ਜਿਹੇ ਕੱਚ ਘਰੜ ਲੇਖ ਜਿਹੜੇ ਉਹ ਲਿਖ ਰਹੀ ਹੈ। ਨਹੀਂ ਦੇਖੋ, ਕਿਤਾਬਾਂ ਬਹੁਤ ਸਾਰੀਆਂ ਛਪਦੀਆਂ ਰਹਿੰਦੀਆਂ ਨੇ, ਕਦੇ ਕੋਈ ਲਿਖ ਦਿੱਤੀ, ਕਦੇ ਕੋਈ ਪਾਤਸ਼ਾਹ ਬਾਰੇ ਲਿਖ ਦਿੱਤੀ। ਉਹ ਚਾਹੀਦਾ ਤਾਂ ਇਹਨਾਂ ਲੋਕਾਂ ਨੂੰ ਹੈ ਨਾ ਜੀ। ਇਹ ਗੁਰਬਿਲਾਸ ਪਾਤਸ਼ਾਹੀ 6ਵੀਂ ਵਰਗੀ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਮਾਨਤਾ ਦਿੱਤੀ। ਉਹਦੇ ਵਿੱਚ ਲਿਖਿਆ ਕੀ ਕੁਝ ਮੜ ਜਾ ਪੜ੍ਹਤਾ ਲੈ। ਜੇ ਉਹਦੇ ਤੇ ਵਿਪਰਨ ਕੀ ਰੀਤ ਕਹਿ ਕੇ ਕਾਲਾ ਅਫਗਾਨਾਂ ਨੇ ਗੱਲ ਕੀਤੀ, ਚੱਕ ਕੇ ਪੰਥ ਚੋਂ ਬਾਹਰ ਕੱਢਤਾ, ਛੇਕਤਾ।
ਜੇ ਗੁਰੂ ਜੋਗਿੰਦਰ ਸਿੰਘ ਸਪੋਕਸਮੈਨ ਨੇ ਕੋਈ 2-4 ਗੱਲਾਂ ਲਿਖੀਆਂ, ਉਹਨੂੰ ਛੇਕਤਾ। ਦਸਮ ਗ੍ਰੰਥ ਲਿਖ ਕੇ ਪੜ੍ਹ ਕੇ ਇਦਾਂ ਲਿਖ ਉਹਨੇ ਪਾਤੀ ਸੀ, ਕਹਿੰਦੇ ਆ ਪੜ੍ਹ ਲਓ ਜਰਾ, ਗੁਰੂ ਸਾਹਿਬ ਲਿਖ ਸਕਦੇ ਨੇ ਇਦਾਂ, ਗੁਰੂ ਗੋਬਿੰਦ ਸਿੰਘ ਇਦਾਂ ਲਿਖ ਸਕਦੇ ਨੇ, ਚੱਕ ਕੇ ਬਾਹਰ ਮਾਰਿਆ। ਫਿਰ ਦਰਸ਼ਨ ਸਿੰਘ ਨੇ ਗੱਲ ਕੀਤੀ, ਪ੍ਰੋਫੈਸਰ, ਉਹਨਾਂ ਨੂੰ ਚੱਕ ਕੇ ਸਿੱਟਤਾ। ਮਤਲਬ ਕੀਤਾ ਹੀ ਇਹ ਕੁਛ ਅੱਜ ਤੱਕ। ਇੰਦਰ ਸਿੰਘ ਘੱਗਾ ਨੇ ਕੀਤੀ, ਚੱਕ ਕੇ ਬਾਹਰ ਸਿੱਟਤਾ। ਤੇ ਮੇਰੇ ਵਰਗਾ ਗੱਲ ਕਰਦਾ, ਚੱਕ ਕੇ ਬਾਹਰ ਸਿੱਟਤਾ। ਫਿਰ ਜੇ ਸਾਨੂੰ ਸਿੱਟਣਾ ਹੈ ਤੇ ਨਰਿੰਦਰ ਮੋਦੀ ਨੂੰ ਵਧਾਈ ਦਿਓ ਤੇ ਇਕਬਾਲ ਸਿੰਘ ਨੂੰ ਵੀ ਵਧਾਈ ਦਿਓ ਵੀ ਵਾਹ ਜੀ ਵਾਹ, ਪੜ੍ਹ ਕੇ ਸੁਣਾਇਆ, ਕਿੰਨੀ ਸੋਹਣੀ ਗੱਲ। ਵੀ ਦੁਨੀਆ ਦੇ ਵਿੱਚ ਜਿਹੜੇ ਗ੍ਰੰਥ ਅਸੀਂ ਸਰਮਾਲੇ ਪਾ ਕੇ ਰੱਖੇ ਹੈ, ਇਹਨਾਂ ਦੀ ਕਥਾ ਤੁਸੀਂ ਵਰਲਡ ਦਾ ਮੀਡੀਆ 'ਚ ਵੇਖ ਰਿਹਾ ਸੀ, ਉੱਥੇ ਸੁਣਾਇਆ, ਉੱਥੇ ਵਧਾਈ ਦਿਓ। ਇਹਨਾਂ ਨੂੰ ਛੇਕਣਾ ਹੈ ਤੇ ਉਹਨਾਂ ਨੂੰ ਵਧਾਈ ਦਿਓ। ਇਹਨਾਂ ਨੂੰ ਵੀ ਛੇਕੀ ਜਾਂਦੇ ਹੋ ਤੇ ਉਹਨਾਂ ਨੂੰ ਵੀ ਅਸੀਂ ਸਹਿਮਤ ਨਹੀਂ ਉਹਨਾਂ ਨਾਲ। ਫਿਰ ਉਹਨਾਂ ਨਾਲ ਸਹਿਮਤ ਹੋ ਜਾਓ ਜਦੋਂ ਤੁਸੀਂ ਸਾਨੂੰ ਤਾਂ ਕੱਢ ਹੀ ਦਿੱਤਾ ਵੀ ਭਾਈ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ, ਆਹ ਗ੍ਰੰਥਾਂ 'ਚ ਜਿਹੜਾ ਲਿਖਿਆ ਹੈ ਅਸੀਂ ਏਡਾ ਕਿੱਥੇ ਪ੍ਰਚਾਰ ਕਰ ਸਕਣਾ ਸੀ, ਤੁਸੀਂ ਸਾਰੀ ਦੁਨੀਆ 'ਚ ਦੱਸਤਾ ਵੀ ਲਵ ਕੁਸ਼ ਦੀ ਔਲਾਦ ਹੈ, ਫਿਰ ਤਾਂ ਵਧਾਈ ਦਿਓ ਜਥੇਦਾਰ। ਭਾਈ ਸਾਹਿਬ, ਜਿਹੜੇ ਆਮ ਬੰਦਾ ਜਿਹਦੀ ਤੁਸੀਂ ਗੱਲ ਕਰਦੇ ਹੋ, ਜਦੋਂ ਆਪਾਂ ਉਹਦੇ ਤੇ ਆਉਨੇ ਆ ਤਾਂ ਜਿੰਨੇ ਤੁਸੀਂ ਨਾਮ ਗਿਣ ਦਿੱਤੇ, ਕਿਉਂਕਿ ਵਿਪਰਨ ਕੀ ਰੀਤ ਮੈਂ ਸਾਰੇ ਹੀ ਉਹਨਾਂ ਦੇ ਪਾਠ ਜਿਹੜੇ ਪੜ੍ਹੇ ਆ, ਹਾਂਜੀ ਮੇਰੇ ਕੋਲ ਮੌਜੂਦ ਨੇ ਜੀ ਉਹ। ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਵੀ ਜਾਣਦਾ ਸੀ, ਕਾਲਾ ਅਫਗਾਨਾ ਜੀ ਨੂੰ ਮਿਲਿਆ ਹੋਇਆ ਮੈਂ ਉਹਨਾਂ ਦੇ ਕੁਝ ਸਾਲ ਪਹਿਲਾਂ ਵੀ। ਮੈਂ ਤੁਹਾਡੇ ਤੋਂ ਜਿਹੜਾ ਜੀ ਇਹ ਜਾਣਨਾ ਚਾਹੁੰਦਾ, ਜਿਨ੍ਹਾਂ ਦੇ ਤੁਸੀਂ ਨਾਮ ਦੱਸ ਦਿੱਤੇ, ਆਹ ਛੇਕੇ, ਨਵੀਂ ਜਨਰੇਸ਼ਨ ਨੂੰ ਤਾਂ ਸ਼ਾਇਦ ਨਾਮ ਵੀ ਨਹੀਂ ਪਤਾ ਹੋਣੇ ਵੀ ਕਿਹੜੇ ਕਿਹੜੇ ਛੇਕੇ ਸੀਗੇ। ਉਹਨਾਂ ਦੇ ਪਿੱਛੇ ਵੀ ਅੱਜ ਹਾਲਾਂਕਿ ਮੌਜੂਦਾ ਹਾਲਾਤਾਂ ਦੇ ਵਿੱਚ ਕਾਫੀ ਕੁਝ ਬਦਲਿਆ ਹੋਇਆ, ਜਿਹੜੇ ਤੁਹਾਡੀ ਸਪੋਰਟ ਕਰਨ ਵਾਲੇ, ਤੁਹਾਡੀ ਪਰਸਨਲ ਤੌਰ ਤੇ ਨਹੀਂ, ਜਿਹੜੇ ਤੁਸੀਂ ਸਵਾਲ ਉਠਾ ਰਹੇ ਹੋ, ਉਹਨਾਂ ਦੀ ਸਪੋਰਟ ਕਰਨ ਵਾਲੇ ਵੀ ਬਹੁਤ ਸਾਰੇ ਹੋਏ ਆ। ਸ਼ਾਇਦ ਸੋਸ਼ਲ ਮੀਡੀਆ ਇੱਕ ਇਹਦਾ ਰੀਜ਼ਨ ਹੈ ਕਿ ਉੱਥੋਂ ਕੱਟ ਆਫ ਨਹੀਂ ਹੋ ਸਕਿਆ। ਜਿਹੜੇ ਆਮ ਲੋਕ ਨੇ ਉਹਨਾਂ ਦੇ ਗੱਲ ਇਹ ਕਦੋਂ ਸਮਝ ਆਊਗੀ, ਕਿਵੇਂ ਸਮਝ ਆਊਗੀ ਕਿ ਗਲਤੀ ਕਿੱਥੇ ਹੋਈ ਹੈ? ਨਹੀਂ ਜੀ, ਅਸਲ ਦੇ ਵਿੱਚ ਨਾ ਜਿਹੜੀ ਗੱਲ ਹੈਗੀ ਹੈ, ਸਰਦਾਰ ਕਾਲਾ ਅਫਗਾਨਾ, ਦੂਜੇ ਤੀਜੇ ਜਿੰਨੇ ਵੀ ਸੀਗੇ, ਉਹ ਪੁਰਾਣੇ ਸਮੇਂ ਵਿੱਚ ਸੀ, ਨਹੀਂ ਪਤਾ ਲੱਗ ਸਕਿਆ। ਪਰ ਹੁਣ ਜਦੋਂ ਅੱਜ ਦਾ ਸਮਾਂ ਆ, ਜੇ ਮੇਰੇ ਨਾਲ ਹੋਇਆ ਰੌਲਾ, ਤਾਂ ਜਿੰਨਾ ਖਲਾਰਾ ਪਿਆ ਤਾਂ ਪਤਾ ਤਾਂ ਲੱਗੇਗਾ ਨਾ। ਮੈਂ ਕਹਿ ਰਿਹਾ ਜੀ ਵੀ ਜੇ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਦੇਣਾ ਅਗਲਾ ਸਟੈਪ ਹੋਏਗਾ, ਉਦੋਂ ਹੋਰ ਪਤਾ ਲੱਗੇਗਾ। ਜਦੋਂ ਛੇਕਣਗੇ ਉਦੋਂ ਹੋਰ ਪਤਾ ਲੱਗੇਗਾ। ਘੱਟ ਤੋਂ ਘੱਟ ਪਤਾ ਹੀ ਲੱਗ ਜੇ ਰਣਜੀਤ ਸਿੰਘ ਦੀ ਕੁਰਬਾਨੀ ਨਾਲ ਸਾਰੇ ਲੋਕਾਂ ਤੱਕ ਖਬਰ ਤਾਂ ਹੁਣ ਪਹੁੰਚ ਜੇ, ਤਾਂ ਇੰਨਾ ਵੀ ਬਹੁਤ ਹੈ ਜੀ। ਮੈਂ ਤਾਂ ਖੁਸ਼ ਹਾਂ ਵੀ ਤਾਂ ਵੀ ਕੋਈ ਮਾੜਾ ਨਹੀਂ। ਇਹ ਤੋਂ ਪਹਿਲਾਂ ਕਿ ਆਪਾਂ ਜਿਹੜੇ ਉਹ ਗਵਾਚੇ ਆ, ਐਕਚੁਅਲੀ ਤਾਂ ਉਹਦੀ ਪਤਾ ਹੀ ਨਹੀਂ ਲੱਗ ਰਿਹਾ ਕਿੰਨੀ ਹੈ, 267 ਵੀ ਕਹੀ ਜਾਂਦੇ, 328 ਵੀ ਕਹੀ ਜਾਂਦੇ ਆ। ਜਥੇਦਾਰ ਸਾਹਿਬ ਦੀ ਕੈਲਕੂਲੇਸ਼ਨ ਕਰ ਲਈਓ 400 ਪਲੱਸ ਹੋ ਜਾਂਦੇ ਆ। ਉਹਦੀ ਗੱਲ ਕਰੀਏ, ਜੇ ਅਗਲਾ ਸਟੈਪ ਤੁਹਾਡੇ ਉੱਤੇ ਲੈਂਦੇ ਆ ਛੇਕਣ ਵਾਲਾ, ਜਾਂ ਫਿਰ ਤੁਹਾਡਾ ਜਿਹੜਾ ਕੀ ਸਟੈਪ ਹੋਊਗਾ, ਕਿ ਤੁਸੀਂ ਕੀ ਕਰੋਗੇ? ਜਾਓਗੇ ਉੱਥੇ ਅਕਾਲ ਤਖਤ ਦੇ ਉੱਤੇ ਪੇਸ਼ ਹੋਵੋਗੇ, ਜਾਂ ਜਿਨ੍ਹਾਂ ਦੇ ਤੁਸੀਂ ਜ਼ਿਕਰ ਕੀਤਾ ਉਹ ਇੱਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ਹੋਰੀ, ਉਹ ਤਾਂ ਦੁਨੀਆ 'ਚ ਨਹੀਂ ਰਹੇ, ਪ੍ਰੋਫੈਸਰ ਦਰਸ਼ਨ ਸਿੰਘ ਹੋਰੀ ਉਮਰ ਦੇ ਕਰਕੇ ਚੁੱਪ ਜਿਹੜਾ ਜੀ ਹੋ ਗਏ, ਸਪੋਕਸਮੈਨ ਵਾਲਿਆਂ ਦਾ ਤੁਸੀਂ ਜ਼ਿਕਰ ਕੀਤਾ ਜੀ, ਉਹ ਚੁੱਪ ਹੋ ਗਏ, ਸਾਰੇ ਚੁੱਪ ਹੋ ਗਏ, ਜਾਂ ਤੁਸੀਂ ਵੀ ਇਸ ਲਾਈਨ ਦੇ ਵਿੱਚ ਲੱਗ ਜਾਓਗੇ ਚੁੱਪ ਹੋਣ ਵਾਲਿਆਂ ਦੇ ਵਿੱਚ? ਸਟੈਪ ਕੀ ਹੋਊਗਾ ਤੁਹਾਡਾ? ਇਸ ਤੋਂ ਅਗਲਾ ਜਿਹੜਾ ਹੈ ਨਾ ਜੀ, ਮੈਂ ਤੁਹਾਨੂੰ ਦੱਸਦਾ ਵੀ ਅੱਧ ਪਚੱਦਾ ਤੇ ਮੈਂ ਛੇਕੇ ਆਈ ਹਾਂ। ਤੁਸੀਂ ਸਾਂਝ ਨਹੀਂ ਕਰਨੀ, ਕੋਈ ਪ੍ਰੋਗਰਾਮ ਕਰਨਾ ਨਹੀਂ, ਕਿਤੇ ਪ੍ਰੋਗਰਾਮ ਨੇ ਕੋਈ ਕਰਵਾਵੇ। ਇਹ ਵੀ ਪਹਿਲੀ ਵਾਰੀ ਹੋਇਆ ਕਿ ਵੀਡੀਓ ਵੀ ਸ਼ੇਅਰ ਨਹੀਂ ਕਰਨੀ, ਵੇਖਣੀ ਵੀ ਨਹੀਂ, ਵੀਡੀਓ ਵੀ ਸ਼ੇਅਰ ਨਹੀਂ ਕਰਨੀ ਤੇ ਇਹਨੂੰ ਸੁਣਨਾ ਨਹੀਂ। ਜੇ ਕੋਈ ਪ੍ਰੋਗਰਾਮ ਕਰਾਏਗਾ ਤਾਂ ਉਹਦੇ ਅਣਸੁਖਾਵੀ ਘਟਨਾ ਦਾ ਜ਼ਿੰਮੇਵਾਰ ਉਹ ਆਪ ਹੋਏਗਾ। ਅੱਧਾ ਤਾਂ ਮੈਂ ਛੇਕੇ ਹੀ ਗਿਆ, ਅੱਧਾ ਹੋਰ ਛੇਕ ਲੈਣਗੇ। ਉਹਦੇ 'ਚ ਕੀ ਆਉਣਾ ਕਿ ਰੋਟੀ ਬੇਟੀ ਦੀ ਇਹਦੇ ਨਾਲ ਸਾਂਝ ਨਾ ਕਰੋ। ਰੋਟੀ ਮੈਂ ਜੇ ਕਿਤੇ ਜਾਣਾ ਤੇ ਘਰੇ ਅਗਲਾ ਕਣਕ ਜੂਜ ਕਰਦਾ, ਮੈਂ ਕਣਕ ਵਰਤਦਾ ਨਹੀਂ, ਆਟਾ ਮੈਂ ਖਾਂਦਾ ਨਹੀਂ। ਮੈਂ ਕਹਿੰਦਾ ਜੀ ਮੈਂ ਫਰੂਟ ਫਰਾਟ ਹੀ ਖਾ ਲੈਂਦਾ। ਤੇ ਨੂੰਹ ਮੈਂ ਲਿਆਉਣੀ ਨਹੀਂ, ਧੀ ਮੈਂ ਵਿਆਹੁਣੀ ਨਹੀਂ, ਉਹ ਵੀ ਕਰਕੇ ਦੇਖ ਲੈ। ਮਤਲਬ ਇਦੋਂ ਅਗਲਾ ਸਟੈਪ ਇਹੋ ਹੀ ਹੋਏਗਾ। ਅਕਾਲ ਤਖਤ 100 ਵਾਰੀ ਜਾਣ ਨੂੰ ਤਿਆਰ ਆ, ਦਰਬਾਰ ਸਾਹਿਬ ਜਾਣ ਨੂੰ ਤਿਆਰ ਆ, ਪਰ ਸਕੱਤਰੇਤ ਪੁਜਾਰੀਆਂ ਸਾਹਮਣੇ ਬਹਿਣਾ ਨਹੀਂ। ਘੱਟ ਤੋਂ ਘੱਟ ਮੈਂ ਚਾਹੁੰਦਾ ਆ ਵੀ ਇੱਕ ਰਣਜੀਤ ਸਿੰਘ ਜੇ ਅੱਜ ਖੜਾ ਹੁੰਦਾ, 50-50 ਹਜ਼ਾਰ ਲੋਕ ਉਹਨੂੰ ਸੁਣਦੇ ਵੀ ਸੀਗੇ। ਜਿੱਦਾਂ ਜਿਸ ਵੇਲੇ ਉਹ ਆਪਣੀ ਜਵਾਨੀ ਦੇ ਵਿੱਚ ਸੀ ਤਾਂ ਲੋਕ ਸੁਣਦੇ ਸੀ। ਮੈਂ 40 ਸਾਲ ਤੱਕ ਜਾਂਦਾ ਜਾਂਦਾ ਭਾਵੇਂ ਖਤਮ ਹੋ ਜਾ, ਧੱਕਾ ਹੋਵੇ, ਹੋ ਸਕਦਾ ਕਤਲ ਹੋ ਜੇ, ਪਰ ਇੱਕ ਮੈਂ ਚਾਹੁੰਦਾ ਆ ਕਿ ਏਦਾਂ ਇੱਕ ਮੈਸੇਜ ਜਾਵੇ ਸਿੱਖਾਂ 'ਚ ਵੀ ਖੜਿਆ ਜਾ ਸਕਦਾ। ਤੇ ਜੇ ਰਣਜੀਤ ਸਿੰਘ ਦੱਬਦਾ, ਇਹਨਾਂ ਪੁਜਾਰੀਆਂ ਨਾਲ ਸਮਝੌਤਾ ਕਰਦਾ, ਮੇਰੇ ਤਾਂ ਕੱਲ ਨੂੰ ਪ੍ਰੋਗਰਾਮ ਚੱਲ ਪੈਣਗੇ, ਸ਼ੁਰੂ ਹੋ ਜਾਣਗੇ, ਤੌਰ ਨਾਲ ਕਰੋ। ਇਹ ਕਹਿਣਗੇ ਬਸ ਕੋਈ ਪ੍ਰੋਬਲਮ ਨਹੀਂ ਤੇਰੇ ਨਾਲ ਸਾਨੂੰ। ਪਰ ਉਹਦੇ ਨਾਲ ਇਹ ਹੋਣਾ ਕਿ ਆਉਣ ਵਾਲੇ ਲੋਕਾਂ ਦੇ ਵਿੱਚ ਜਿਹੜੀ ਜਾਗਰੂਕਤਾ ਉਹ ਨਹੀਂ ਆ ਸਕਣੀ। ਉਹ ਕਹਿਣਗੇ ਜੇ ਉਹਦੇ ਤੇ ਦਹਿਲ ਪੈ ਸਕਦਾ
ਤੇ ਇੱਥੇ ਆਮ ਇੱਕ ਬੰਦੇ ਦੀ ਕੀ ਪਾਇਆ, ਉਹਦੇ ਮਗਰ ਤਾਂ ਚਲੋ ਥੋੜੇ ਬਹੁਤ ਲੋਕ ਵੀ ਸੀ, ਉਹਨੂੰ ਸੁਣਦੇ ਵੀ ਸੀ। ਇੱਕ ਟਾਈਮ ਸੀ, ਇੱਕ ਪੀਕ ਟਾਈਮ ਸੀ। ਪੀਕ ਟਾਈਮ ਦੇ ਉੱਤੇ ਇਹਨਾਂ ਦੇ ਛੱਡਣ ਤੋਂ ਪਹਿਲਾਂ ਹੀ ਮੈਂ 6 ਮਹੀਨੇ ਦੀਵਾਨ ਛੱਡ ਦਿੱਤੇ। ਜੇ ਕਹਿੰਦੇ ਨੇ ਦੂਰ ਅੰਦੇਸ਼ੀ ਦੀ ਗੱਲ ਕਰਦੇ ਨੇ, ਮੇਰੀ ਨਹੀਂ, ਮੈਨੂੰ ਪਤਾ ਨਹੀਂ। ਮੈਂ 1 ਸਾਲ 1.5 ਸਾਲ ਪਹਿਲਾਂ ਹੀ ਕਹਿ ਰਿਹਾ ਸੀ ਵੀ ਲਾਸਟ ਦੀਵਾਨ ਹੈ ਸੰਗਤ ਜੀ, ਮੈਂ ਆਇਆ ਇਸ ਸਾਲ, ਮੈਂ ਇੰਨੇ ਸਾਲਾਂ ਤੋਂ ਤੁਹਾਡੇ ਸ਼ਹਿਰਾਂ 'ਚ ਆ ਰਿਹਾ, ਪਰ ਮੈਂ ਸ਼ਾਇਦ ਅਗਲੇ ਸਾਲਾਂ 'ਚ ਨਹੀਂ ਆਵਾਂਗਾ, ਮੇਰਾ ਇਹ ਲਾਸਟ ਪ੍ਰੋਗਰਾਮ ਨੇ। ਲੋਕ ਰੋਣ ਲੱਗ ਜਾਂਦੇ ਸੀ ਵੀ ਭਾਈ ਸਾਹਿਬ ਇੱਦਾਂ ਕਹਿੰਦੇ, ਸਾਡਾ ਦਿਲ ਦੁਖੀ ਹੁੰਦਾ ਵੀ ਮੈਂ ਮੁੜ ਕੇ ਨਹੀਂ ਆਉਣਾ। ਮੈਂ ਕਿਹਾ ਮੈਨੂੰ ਪਤਾ ਹੈ ਆਉਣ ਵਾਲਾ ਸਮਾਂ ਕਿੱਦਾਂ ਦਾ ਆਊਗਾ, ਮੈਨੂੰ ਪਤਾ ਹੈ। ਸੋ ਅੱਜ ਵੀ ਮੈਂ ਚਾਹੁੰਦਾ ਆ ਵੀ ਜੇ ਮੇਰੇ ਇਹ ਕਰਨ ਦੇ ਨਾਲ ਇੱਕ ਲਹਿਰ ਬਣਦੀ ਹੈ, ਦਿਮਾਗ 'ਚ ਆਉਂਦੀ ਹੈ ਸਾਰਿਆਂ ਦੇ ਪੁਜਾਰੀਆਂ ਬਾਰੇ, ਤਾਂ ਮੈਨੂੰ ਖੁਸ਼ੀ ਹੋਏਗੀ। ਮੈਂ ਆਪਣੀ ਇਹ ਕੁਰਬਾਨੀ ਦੇਣ ਲਈ ਤਿਆਰ ਹਾਂ। ਗੁਰੂ ਗ੍ਰੰਥ ਸਾਹਿਬ ਦਾ ਸਿੱਖ ਆ, ਉਹਨਾਂ ਦਾ ਹੀ ਸਿੱਖ ਰਹੂੰਗਾ ਸਾਰੀ ਜ਼ਿੰਦਗੀ। ਕੋਈ ਮੈਂ ਵੱਖਰਾ ਨੰਬਰ ਨਹੀਂ ਚਲਾਉਣਾ ਚਾਹੁੰਦਾ। ਜੋ ਆ ਗਾਤਰੇ ਕਿਰਪਾਨਾਂ ਪਾਈਆਂ, ਦਾੜੀਆਂ ਰੱਖੀਆਂ ਰੱਖਾਂਗੇ। ਜੋ ਅਸੀਂ ਇੱਕ ਵਾਰੀ ਬਣ ਗਏ ਆ ਜਿਨ੍ਹਾਂ ਦੇ, ਤਾਂ ਉਹਨਾਂ ਦੇ ਹੈਗੇ ਆ। ਬਸ ਗੁਰਬਾਣੀ ਨੂੰ ਸਮਝਾਂਗੇ, ਸਮਝ ਕੇ ਉਹਨੂੰ ਤਰਕ ਦੇ ਨਾਲ, ਲੌਜੀਕਲ ਤਰੀਕੇ ਦੇ ਨਾਲ, ਉਹਦੀ ਅਸਲ ਪਿਕਚਰ ਜਿਹਦੇ ਤੋਂ ਦੁਨੀਆ ਦਾ ਕੋਈ ਵੀ ਬੰਦਾ ਮੁਨਕਰ ਨਹੀਂ ਹੋ ਸਕਦਾ, ਜਿਹੜਾ ਅਸਲ ਲਾਅ ਆਫ ਨੇਚਰ ਹੈ, ਕੁਦਰਤੀ ਨਿਯਮ ਹੈ, ਉਹਨੂੰ ਰੱਬ ਕਹਿ ਕੇ ਅਸੀਂ ਸਮਝਦੇ ਹਾਂ, ਸਾਨੂੰ ਰੱਬ ਕਹਿ ਕੇ ਸਮਝਦੇ ਹਾਂ ਕਿ ਸਮੁੱਚਾ ਸਿਸਟਮ, ਸਮੁੱਚਾ ਪਸਾਰਾ ਹੀ ਰੱਬ ਹੈ। ਉਹਨੂੰ ਕਹਿ ਕੇ ਆਪਾਂ ਪ੍ਰਚਾਰ ਕਰਦੇ ਰਹੇ। ਜਦੋਂ ਭਾਈ ਰਣਜੀਤ ਸਿੰਘ ਹੋਰੀ ਬਦਲਾਅ ਦੇ ਵਿੱਚ ਆਏ ਨੇ, ਜਿਹੜਾ ਜਿੱਧਰ ਨੂੰ ਇਸ ਵੇਲੇ ਤੁਸੀਂ ਜਿਹੜਾ ਲੜ ਰਹੇ ਹੋ, ਉਦੋਂ ਤੋਂ ਇੱਕ ਮੈਂ ਕੰਟੀਨਿਊਸ ਜਿਹੜਾ ਜੀ ਉਹ ਦੇਖਿਆ ਕਿ ਇੱਕ ਜਿਹੜਾ ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦਾ ਜਿਹੜਾ ਢਾਂਚਾ ਉਹ ਤੁਸੀਂ ਨਾਲ ਦੀ ਨਾਲ ਡਿਵੈਲਪ ਕਰਦੇ ਗਏ। ਕਿ ਤੁਹਾਨੂੰ ਇਸ ਪਾਸੇ ਜਦੋਂ ਤੁਸੀਂ ਬਦਲੇ ਹੋ, ਜਦੋਂ ਅਸਲ ਪਤਾ ਲੱਗਿਆ ਕਿ ਗੁਰਬਾਣੀ ਵਾਲੇ ਪਾਸੇ ਨੂੰ ਜਾਣਾ, ਤੁਹਾਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਵੀ ਹੁਣ ਅੜਚਣਾ ਆਉਣਗੀਆਂ, ਕਿਉਂਕਿ ਇਸ ਵੇਲੇ ਉਹ ਇਸ ਢਾਂਚੇ ਤੋਂ ਵੀ ਹਿੱਲੇ ਨੇ ਦੂਸਰੇ, ਵੀ ਉਹਨਾਂ ਕੋਲ ਇੱਕ ਢਾਂਚਾ ਹੈ ਜਿੱਥੇ ਉਹ ਆਪਣੀ ਗੱਲ ਕਹਿ ਲੈਂਦੇ ਆ। ਬਹੁਤੇ ਜਿਹੜੇ ਛੇਕੇ ਗਏ ਉਹਨਾਂ ਕੋਲ ਇਹੋ ਜਿਹਾ ਢਾਂਚਾ ਹੈ ਨਹੀਂ ਸੀਗਾ। ਇੱਕ ਸ਼ੁਕਰ ਹੈ ਸੋਸ਼ਲ ਮੀਡੀਆ ਆ ਗਿਆ, ਇਹ ਵੀ ਚੰਗਾ ਹੋਇਆ। ਦੂਜੀ ਗੱਲ ਇਹ ਹੈ ਜੀ ਕਿ ਸੋਸ਼ਲ ਮੀਡੀਆ ਸੈਟਅਪ ਨਹੀਂ ਕੀਤਾ ਜਾਂਦਾ, ਇਹ ਹੁੰਦਾ। ਤੁਹਾਡੀ ਗੱਲ ਵਿੱਚ ਵਜਨ ਹੋਏਗਾ ਨਾ ਜਦੋਂ, ਤਾਂ ਲੋਕਾਂ ਨੇ ਉਹਨੂੰ ਸਪੋਰਟ ਕਰਨਾ ਤੇ ਸ਼ੇਅਰ ਕਰਨਾ। ਹਰ ਬੰਦਾ ਟਰਾਈ ਕਰਦਾ ਸੋਸ਼ਲ ਮੀਡੀਆ ਨੂੰ ਬਣਾਉਂਦੇ ਵੀ ਨੇ, ਚੈਨਲ ਵੀ ਬਣਾਉਂਦੇ ਨੇ। ਸਾਡੇ ਚੈਨਲ ਦੇ ਉੱਤੇ ਤਕਰੀਬਨ 1000-1500 ਬੰਦਾ ਪਰ ਡੇ ਉਹ ਨਵਾਂ ਜੁੜ ਜਾਂਦਾ। ਹੁਣ ਤਾਂ ਪ੍ਰੋਗਰਾਮ ਹੀ ਨਹੀਂ ਚੱਲ ਰਹੇ। ਪਹਿਲਾਂ 2000 ਸੀ ਰੇਸ਼ੋ, ਰੋਜ਼ 2000 ਬੰਦਾ ਨਵਾਂ ਆਉਂਦਾ ਸੀ, ਤੇ ਹੁਣ 1000 ਤੋਂ ਉੱਪਰ ਅਜੇ ਵੀ ਆਉਂਦਾ, ਕਿਉਂਕਿ ਦੀਵਾਨ ਪ੍ਰੋਗਰਾਮ ਤਾਂ ਚੱਲ ਨਹੀਂ ਰਹੇ ਚੈਨਲ ਦੇ ਉੱਤੇ। ਪਰ ਠੀਕ ਹੈ, ਉਹ ਵੀ ਚੱਲ ਰਿਹਾ। ਇਹਨਾਂ ਨੇ ਪਹੁੰਚ ਵੀ ਕੀਤੀ ਅਮਰੀਕਾ ਤੱਕ ਵੀ ਚੈਨਲ ਬੰਦ ਕਰਾਉਣਾ। ਉਹ ਕਹਿੰਦੇ ਜਥੇਦਾਰ ਦੀ ਚਿੱਠੀ ਲਿਆਓ ਵੀ ਸਿੱਖ ਨਹੀਂ ਹੈਗਾ। ਅੱਛਾ, ਚੈਨਲ ਕਹਿੰਦਾ ਵੀ ਜੇ ਅਸੀਂ ਕਿਵੇਂ ਮੰਨੀਏ ਵੀ ਤੁਸੀਂ ਕਹਿੰਦੇ ਵੀ ਸਿੱਖਾਂ ਦੇ ਵਿਰੁੱਧ ਬੋਲਦਾ, ਉਹਦੇ ਵਾਸਤੇ ਕੀ ਹੈ ਤੁਹਾਡੇ ਕੋਲ ਪ੍ਰੂਫ? ਵੀ ਸਾਡੇ ਕੋਲ ਇਹ ਜਿਹੜਾ ਛੇਕਣ ਛਕਾਉਣ ਵਾਲਾ, ਇਹ ਤੋਂ ਅਗਲਾ ਸਟੈਪ ਇਹ ਹੈ ਕਿ ਚੈਨਲ ਬੰਦ ਕਰਾਇਆ ਜਾ ਸਕੇ। ਪਰ ਚੈਨਲ ਬੰਦ ਹੋਣ ਨਾਲ ਕੀ ਹੋਣਾ? ਫੇਸਬੁੱਕ ਹੈਗੀ ਹੈ, ਫੇਸਬੁੱਕ ਬੰਦ ਹੋ ਜੂਗੀ ਸਾਡੀ, ਤਾਂ WhatsApp ਹੈਗਾ ਆ, ਕਿਤੇ ਵੀ ਤੁਸੀਂ ਬੋਲ ਕੇ ਇੱਕ ਵੀਡੀਓ ਪਾ ਦਿਓ। ਹੋਰ ਬਥੇ ਅੱਜ ਇਸ ਚੀਜ਼ ਤੋਂ ਲੁਕੋਇਆ ਨਹੀਂ ਜਾ ਸਕਦਾ। ਸੋ ਆਪਣੀ ਗੱਲ ਵਿੱਚ ਜਦੋਂ ਵਜਨ ਪੈਦਾ ਕਰੀਏ, ਕਿਤੇ ਸਟੈਂਡ ਰੱਖੀਏ, ਖੜੇ ਰਹੀਏ, ਜਿਹਨੂੰ ਚੰਗਾ ਲੱਗਣਾ ਉਹਨੇ ਆਪੇ ਸ਼ੇਅਰ ਕਰ ਦੇਣਾ, ਆਪੇ ਉਹਦੇ ਤੱਕ ਪਹੁੰਚ ਜਾਣੀ, ਜਿਹਨੇ ਲੱਭਣਾ ਉਹਨੇ ਲੱਭ ਲੈਣਾ। 2016 ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਔਰ ਇਹ ਵੀ ਇਹਦੀ ਪੁਖਤਾ ਜਾਣਕਾਰੀ ਹੈ ਕਿ ਇੱਕ ਇੰਸਪੈਕਟਰ ਲੈਵਲ ਦਾ ਜਿਹੜਾ ਆਫੀਸਰ ਹੈ ਉਹਦੀ ਰਿਪੋਰਟ ਤਿਆਰ ਕਰਦਾ ਹੈ 267 ਸਰੂਪਾਂ ਦੇ ਮਾਮਲੇ 'ਚ। ਸੀਨੀਅਰ ਅਫਸਰਾਂ ਕੋਲੇ ਜਾਂਦੀ ਹੈ, ਉਹ ਦੱਬ ਦਿੰਦੇ ਆ ਵੀ ਪਹਿਲਾਂ ਹੀ ਰੌਲਾ ਪਿਆ ਹੋਇਆ ਬੇਅਦਬੀ ਕਾਂਡ ਵਾਲਾ, ਇਹ ਹੋਰ ਨਾ ਹੋ ਜੇ। ਹੁਣ ਜਦੋਂ ਇੱਕ ਵਕੀਲ ਕਮੇਟੀ ਬਣਦੀ ਹੈ, ਕਿਉਂਕਿ ਉਹਦੇ 'ਚ ਜਿਹੜੇ ਜੱਜ ਸਾਹਿਬ ਤਾਂ ਛੱਡ ਗਏ, ਕਿਉਂਕਿ ਉਦੋਂ ਪਹਿਲਾਂ ਹੀ ਇਹ ਪਤਾ ਲੱਗਿਆ ਕਿ ਸਫੇ ਲਿਖੇ ਹੋਏ ਸੀਗੇ। ਉਹ ਜਿਹੜੀ ਕਮੇਟੀ ਆ ਉਹ ਕਹਿੰਦੀ ਨਹੀਂ 328 ਹੈ। ਜੇ ਉਹ ਕੈਲਕੂਲੇਸ਼ਨ ਕਰਦੇ ਆ ਉਹ 410 412 ਦੇ ਕਰੀਬ ਜਿਹੜੇ ਉਹ ਬਣ ਜਾਂਦੇ ਆ। ਇਹ ਤੁਹਾਡੀ ਨਜ਼ਰ ਦੇ ਵਿੱਚ ਇਹ ਜਿਹੜੇ ਸਰੂਪ ਨੇ, ਕਿਉਂਕਿ ਇੱਥੇ ਇਸ ਮਾਮਲੇ ਤੇ ਕੋਈ ਨਹੀਂ ਬੋਲ ਰਿਹਾ ਵੀ ਜੇ ਗਾਇਬ ਹੋਏ ਆ ਤੇ ਗਏ ਕਿੱਥੇ ਆ, ਇਹ ਕਹਾਣੀ ਕੀ ਆ ਅਸਲ 'ਚ? ਗੱਲ ਇਹ ਹੈ ਜੀ, ਸ਼੍ਰੋਮਣੀ ਕਮੇਟੀ ਪ੍ਰਧਾਨ, ਜਥੇਦਾਰ, ਦੂਜੇ ਤੀਜੇ, ਇਹਨਾਂ ਸਾਰਿਆਂ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਨੇ, ਐਗਜ਼ੈਕਟਿਵ ਨੇ, ਇਹਨਾਂ ਨੂੰ ਡੁੱਬ ਨਹੀਂ ਮਰਨਾ ਚਾਹੀਦਾ। ਇਹ ਗੱਲ ਵੇਖ ਕੇ ਵੀ ਇਹ ਕੋਈ ਗੋਭੀ ਦੀ ਗੱਲ ਹੋ ਰਹੀ ਹੈ ਕਿ ਖੰਡ ਦੀ ਬੋਰੀ ਦੀ ਗੱਲ ਹੋ ਰਹੀ ਹੈ ਕਿ ਘਿਓ ਦੇ ਪੀਪੇ ਦੀ ਗੱਲ ਹੋ ਰਹੀ ਹੈ? ਗੱਲ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ। ਮਤਲਬ ਸਜ਼ਾ ਦਿੱਤੀ ਕੀ ਹੋ ਗਿਆ ਸੀ ਜੀ? ਗੁਰੂ ਗ੍ਰੰਥ ਸਾਹਿਬ ਏਦਾਂ ਹੋ ਗਏ ਸੀ ਜੀ। ਦੱਸੋ ਇੱਕ ਏਦੂ ਭੈੜੀ ਚੀਜ਼ ਕੀ ਹੋ ਸਕਦੀ ਹੈ? ਹੁਣ ਗੁੰਗਲੂਆਂ ਤੋਂ ਮਿੱਟੀ ਝਾੜਤੀ, ਜਿਵੇਂ ਆਇਆ ਪੜਿਆ ਪੜਾਇਆ ਬੋਲ ਲਿਆ, 5-7 ਨਾਵਾਂ ਉਹਨਾਂ ਨਾਲ ਗੱਲ ਵੀ ਕਰ ਲਈ ਹੋਣੀ ਅੰਦਰ ਬਹਿ ਕੇ ਵੀ ਆਹ ਕੁਛ ਕਰਾਂਗੇ,
ਇੰਨਾ ਕੁ ਮਾਮਲਾ, ਇੰਨਾ ਕੁ ਪੈਸਾ ਲੈ ਲਓ, ਠੰਡੇ ਹੋ ਜਾਓ। ਮਤਲਬ ਇੱਕ ਪ੍ਰੋਪਰ ਪਲੈਨਿੰਗ ਕਰਕੇ ਸ਼੍ਰੋਮਣੀ ਕਮੇਟੀ ਨੇ ਆਪ ਹੀ ਉਹਨੂੰ ਰਫਾ ਦਫਾ ਜਿਹਾ ਕਰ ਲਿਆ। ਕਲੀਅਰ ਕੁਝ ਵੀ ਹੈ ਨਹੀਂ ਉਹਦੇ ਵਿੱਚ। ਪ੍ਰੋਪਰ ਜਿਹੜੀ ਤੁਸੀਂ ਗੱਲ ਕੀਤੀ ਹੈ 267 ਦੀ ਗੱਲ ਹੋ ਰਹੀ ਹੈ, ਫਿਰ 300 ਉੱਪਰ ਹੋ ਗਏ, ਫਿਰ 400 ਤੋਂ ਉੱਪਰ ਬਣਦੇ ਨੇ ਉਹਨਾਂ ਦੀ ਗਿਣਤੀ। ਕਿਸੇ ਵੀ ਦਿਨ ਆ ਕੇ ਪਏ ਡੇਟ ਨਹੀਂ ਪਾਈ ਜਾਂਦੀ ਜਥੇਦਾਰ ਵੱਲੋਂ। ਮਤਲਬ ਇਹ ਸਾਰੀਆਂ ਚੀਜ਼ਾਂ ਦੱਸਦੀਆਂ ਨੇ ਕਿ ਘਾਲਾ ਵਾਲਾ ਇੱਕ ਆਮ ਸਿੱਖ ਮੰਨੋ, ਇਹ ਮੰਨ ਲਓ ਵੀ ਇਹ ਠੀਕ ਵੀ ਕਰ ਲੈਣ, ਸਜ਼ਾ ਵੀ ਦੇ ਲੈਣ, ਪਰ ਇਹ ਸਾਰੇ ਵੇਖੋ ਵੀ ਇਹ ਕਿਹੜੀ ਚੀਜ਼ ਹੈ। ਇੱਥੇ ਘਿਓ 'ਚ ਵੀ ਘਪਲੇ ਨੇ, ਇੱਥੇ ਵੇਰਕੇ ਦੇ ਦੁੱਧ 'ਚ ਵੀ ਘਪਲੇ ਨੇ, ਸਬਜ਼ੀ ਘੁਟਾਲਾ, ਸਬਜ਼ੀ ਘੁਟਾਲਾ ਹੈਗਾ, ਇੱਥੇ ਲੂਣ ਮਿਰਚਾਂ ਤੱਕ ਦੇ ਘਪਲੇ ਨੇ। ਤੇ ਇਹ ਹੋਰ ਕੀ ਗੱਲ ਕਰੋਗੇ, ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹ ਘਪਲੇ ਕਰੀ ਜਾਂਦੇ। ਆਪਾਂ ਮੈਂ ਜਿਸ ਵੇਲੇ ਲਿਖਿਆ ਸੀ, ਯਾ ਖੁਦਾਇਆ ਹਵਸ਼ के बंदे वफा को बेच देते हैं, खुदा के घर की क्या बात है, वो तो खुदा को बेच देते हैं। ਕਿਸੇ ਦੀ ਲਿਖੀ ਗੱਲ ਮੈਂ ਫੇਸਬੁੱਕ ਤੇ ਉਹ ਪਾਈ ਸੀ ਵੀ ਇਹ ਤੌਬਾ ਕਰਨ ਨੂੰ ਜੀ ਕਰਦਾ ਵੀ ਹੱਦ ਨਹੀਂ ਹੋ ਗਈ। ਇਹ ਗੱਲਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੱਤਰਕਾਰ ਜਾਂ ਅੱਜ ਪੁੱਛਿਆ ਜਾ ਰਿਹਾ ਮਹਾਰਾਜ ਸਰੂਪ ਫਿਰ 200, ਮਤਲਬ ਇੱਕ ਐ ਲੱਗਦਾ ਜਿਵੇਂ ਕੋਈ ਕਿਸੇ ਛੋਟੀ ਜੀ ਚੀਜ਼ ਦੀ ਗੱਲ ਹੋ ਰਹੀ, ਜਦੋਂ ਕਿ ਬਹੁਤ ਵੱਡੀ ਗੱਲ ਹੈ। ਸਿੱਖਾਂ ਦੇ ਗੁਰੂ ਨੇ ਗੁਰੂ ਗ੍ਰੰਥ ਸਾਹਿਬ। ਤੇ ਮੈਂ ਇਹ ਗੱਲ ਪਿਛਲੇ ਦੀਵਾਨਾਂ 'ਚ ਵੀ ਕੀਤੀ ਹੈ, ਪੱਤਰਕਾਰਾਂ ਨਾਲ ਵੀ ਕੀਤੀ ਹੈ ਵੀ ਸ਼੍ਰੋਮਣੀ ਕਮੇਟੀ ਨੇ ਗੋਲਕਾਂ ਸਾਂਭੀਆਂ, ਗੁਰੂ ਗ੍ਰੰਥ ਸਾਹਿਬ ਨੂੰ ਮਿਲੀਆਂ ਜ਼ਮੀਨਾਂ ਸਾਂਭੀਆਂ, ਸਭ ਕੁਝ ਸਾਂਭਿਆ, ਪਰ ਗੁਰੂ ਗ੍ਰੰਥ ਸਾਹਿਬ ਇਹਨਾਂ ਤੋਂ ਸਾਂਭ ਹੀ ਨਹੀਂ ਹੋਏ। ਕਾਰਨ ਨੋਟ ਨਹੀਂ ਛਾਪੇ ਜਾ ਸਕਣ, ਪਰ ਸਰੂਪ ਇਹ ਛਾਪ ਸਕਦੇ ਆ। ਸਰੂਪ 200 300 500 2000 ਇਹਨਾਂ ਨੇ ਨਵੇਂ ਛਾਪ ਲੈਣੇ ਆ। ਇਹ ਸ਼੍ਰੋਮਣੀ ਕਮੇਟੀ ਦੇ ਵੱਸ ਦੀ ਗੱਲ ਹੈ। ਪੈਸਾ ਇਹਨਾਂ ਤੋਂ ਨੋਟ ਛਾਪੇ ਨਹੀਂ ਜਾਂਦੇ, ਤਾਂ ਕਰਕੇ ਜ਼ਿਆਦਾ ਧਿਆਨ ਇਹਨਾਂ ਦਾ ਨੋਟਾਂ ਵੱਲ ਹੈ। ਇਹਨਾਂ ਦੇ ਨੱਕ ਦੇ ਥੱਲੇ ਕੁਝ ਹੋ ਕਿਵੇਂ ਗਿਆ। ਅਗਲੀ ਗੱਲ, ਇੱਥੇ ਜੇ ਘਪਲਾ ਹੋ ਜੇ ਪਰਮੇਸ਼ਰ ਦੁਆਰ ਵਿੱਚ, ਮੰਨ ਲਓ 2 ਸਰੂਪ ਚੁੱਕ ਕੇ ਲੈ ਜੇ ਕੋਈ, ਉੱਥੋਂ ਦੇ ਜਿਹੜੇ ਮੁਲਾਜ਼ਮ ਨੇ ਦਰਬਾਰ ਸਾਹਿਬ ਦੇ ਉਹ ਜ਼ਿੰਮੇਵਾਰ ਨੇ, ਪਰ ਕੀ ਰਣਜੀਤ ਸਿੰਘ ਜਿਹੜਾ ਇੱਥੋਂ ਦਾ ਪ੍ਰਬੰਧਕ ਹੈ ਉਹ ਜ਼ਿੰਮੇਵਾਰ ਨੇ? ਮੁਖੀ ਕੌਣ ਹੈ? ਗੱਲ ਉਹਦੇ ਤੇ ਬਿਲਕੁਲ। ਜੇ ਇਹ ਗੱਲਾਂ ਸੱਚ ਨੇ ਤਾਂ ਜਿਹੜੇ ਅਹੁਦੇਦਾਰ ਉਸ ਵੇਲੇ ਐਗਜ਼ੈਕਟਿਵ ਸੀਗੇ, ਪ੍ਰਧਾਨ ਸੀ, ਉਹਦੇ ਤੇ ਕੇਸ ਕਰੋ, ਉਹਦੇ ਬਾਰੇ ਕਰੋ ਗੱਲ। ਕੌਣ ਸੀ ਉਸ ਵੇਲੇ ਐਗਜ਼ੈਕਟਿਵ ਮੈਂਬਰ, ਕੌਣ ਸੀਗੇ? ਅੱਜ ਉਹੀ ਬੰਦੇ ਜਿਹੜੇ ਉਸ ਵੇਲੇ ਦੇ ਕਰਤਾ ਧਰਤਾ ਨੇ, ਐਗਜ਼ੈਕਟਿਵ ਵਿੱਚ ਸੀਗੇ, ਉਸ ਵੇਲੇ ਪ੍ਰੈਸ ਕਾਨਫਰੰਸਾਂ ਕਰਦੇ ਸੀ, ਉਹ ਅੱਜ ਚੌੜੇ ਹੋ ਕੇ ਆਮ ਕੁਝ ਬੰਦਿਆਂ ਨੂੰ 1-2 ਵੱਡੇ ਨਾਂ ਲੈ ਲਏ, ਕੁਝ ਬੰਦਿਆਂ ਨੂੰ ਗੁੰਗਲੂਆਂ ਤੋਂ ਮਿੱਟੀ ਝਾੜ ਕੇ ਬੈਠੇ ਨੇ। ਜਿਹੜੇ ਐਡਾ ਵੱਡਾ ਘਪਲਾ ਹੋ ਜੇ ਤਾਂ ਸਿੱਖ ਕੌਮ ਨੂੰ ਚਾਹੀਦਾ ਇਹਨਾਂ ਦੇ ਉੱਤੇ ਸਖਤ ਐਕਸ਼ਨ ਸਿੱਖ ਕੌਮ ਲਵੇ ਵੀ ਭਾਈ ਆਹ ਕੀ ਕੀਤਾ ਤੁਸੀਂ। ਇਹ ਜਿਹੜਾ ਇਹ ਗਾਇਬ ਹੋਣ ਵਾਲਾ ਜਿਹੜਾ ਮਾਮਲਾ ਹੈ ਸਰੂਪ ਦਾ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਇੱਕ ਜਿਹੜਾ ਨੋਟਿਸ ਨਹੀਂ ਕੀਤਾ, ਮੈਂ ਜਿੱਥੇ ਵੀ ਬੋਲਦਾ ਮੈਂ ਕੰਟੀਨਿਊਸ ਬੋਲਦਾ ਰਿਹਾ ਇਹਦੇ ਉੱਤੇ ਕਿ ਜਿਹੜੇ ਇਹ ਕਹਿ ਰਹੇ ਆ ਕਿ ਤੁਹਾਡੇ ਕੋਲ ਪੁਰਾਤਨ ਬੀੜ ਹੈ, ਪੁਰਾਤਨ ਗੁਟਕਾ ਹੈ, ਉਹ ਦੇ ਦਿਓ, ਅਸੀਂ ਉਹਦਾ ਸੰਸਕਾਰ ਜਿਹੜਾ ਨਹੀਂ ਕਰਨਾ। ਇਹ ਕਿਤੇ ਨਾ ਕਿਤੇ ਉਹਦੇ ਨਾਲ ਵੀ ਜੁੜੀ ਹੋਈ ਗੱਲ ਹੈ ਕਿ ਉਹੋ ਹੀ ਬੀੜਾ, ਚਾਹੇ ਉਹ ਸਤਿਕਾਰ ਕਮੇਟੀ ਚੁੱਕ ਰਹੀ ਹੈ ਜਿਹੜੀਆਂ ਪੁਰਾਤਨ 100 ਸਾਲ ਪੁਰਾਣੀਆਂ ਨੇ, ਚਾਹੇ ਇੱਥੇ ਪਟਿਆਲੇ ਦੇ ਨੇੜੇ ਜਿਹੜੀ ਉਹ ਚੁੱਕੀ ਗਈ, ਲੋਕਾਂ ਤੋਂ ਉਹ ਵਾਪਸ ਲੈ ਲਏ ਇੱਕ ਕਿਸਮ ਦੇ ਨਾਲ ਪੁਰਾਤਨ ਬੀੜਾਂ ਜਿਹੜੀਆਂ ਸੀ, ਪੁਰਾਤਨ ਗੁਟਕੇ ਜਿਹੜੇ ਸੀਗੇ। ਇਹ ਉਹੋ ਜਿਹੀ ਕਿਸੇ ਸਾਜ਼ਿਸ਼ ਵੱਲ ਇਸ਼ਾਰਾ ਤਾਂ ਨਹੀਂ ਵੀ ਕੁਝ ਉਹਦੇ ਚ ਬਦਲ ਲਿੱਤਾ? ਮੈਂ ਕਈ ਵਾਰੀ ਇਹ ਗੱਲਾਂ ਸੋਚਦਾ ਹੁੰਦਾ ਜੀ, ਪਰ ਮੈਨੂੰ ਇਹ ਲੱਗਦਾ ਜੀ ਕਿ ਸਾਜ਼ਿਸ਼ਾਂ ਕਿਸੇ ਨੂੰ ਕਰਨ ਦੀ ਲੋੜ ਨਹੀਂ, ਸਾਡੇ ਵਾਲੇ ਆਪ ਹੀ ਸਾਰਾ ਕੁਝ ਕਰੀ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਪੁਰਾਣੇ ਨਹੀਂ ਹੋਣ, ਪੁਰਾਤਨ ਵੀ ਹੋਣ, ਪਰ ਅਰਥ ਇਹਨਾਂ ਨੇ ਉਹ ਕੀਤੇ ਆ ਜਿਹੜੇ ਉਹਨਾਂ ਦੇ ਹਿਸਾਬ ਨੂੰ ਫਿੱਟ ਬੈਠਦੇ ਆ, ਉਹਨਾਂ ਨੂੰ ਲੋੜ ਹੀ ਨਹੀਂ ਪੈਣੀ। ਇਹ ਤਾਂ ਮੇਰਾ ਮੰਨਣਾ ਇਹ ਹੈ ਕਿ ਪੈਸੇ ਦੀ ਗੱਲ ਸੀ ਬਸ। ਕੋਈ ਬਾਬਾ ਸਾਧ ਆਇਆ, ਉਹਨੂੰ ਸਸਤੇ ਚਾਹੀਦੇ ਸੀ, ਇਹਨਾਂ ਨੇ ਸਸਤੇ ਦੇਣੇ ਹੋਣਗੇ। ਵਿੱਚ ਜੋ ਵੀ ਕਰਨ ਵਾਲੇ ਬੰਦੇ ਸੀਗੇ, ਇੱਕ ਦੇ ਵਿੱਚੋਂ ਮੰਨ ਲਓ 700-800 ਰੁਪਈਆ ਵੀ ਇਹਨਾਂ ਇੱਕ ਬੰਦੇ ਨੂੰ ਬਚਦਾ ਹੋਇਆ। ਸ਼ਰਮ ਵਾਲੀ ਗੱਲ ਹੈ, ਇਦਾਂ ਦੀਆਂ ਗੱਲਾਂ ਅਸੀਂ ਕਰਨੀਆਂ ਪੈ ਰਹੀਆਂ ਨੇ। ਮਤਲਬ 700-800 ਰੁਪਈਆ ਵੀ ਇੱਕ ਨੂੰ ਬਚਦਾ, ਉੱਦਾਂ 2000 ਰੁਪਏ ਦਾ ਸਰੂਪ 2500 ਦਾ, 2700 ਦਾ, 3000 ਦਾ, 4000 ਤੱਕ ਚਲੇ ਜਾਂਦਾ। ਉਹ ਸਰੂਪ ਜਿਹੜਾ ਆ ਇਦਾਂ ਕਿਤੇ ਹੋਇਆ ਹੋਣਾ। ਵਾਧੂ ਪੱਤਰੇ ਕਹਿੰਦੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉਹ ਇਕੱਠੇ ਕਰਕੇ ਇਹਨਾਂ ਨੇ ਬਾਹਰ ਦੀ ਬਾਹਰ ਹੀ ਸਰੂਪ ਬਣਾਏ ਤੇ ਛਾਪੇ। ਵਿੱਚ ਹੀ ਘਪਲਾ ਛਪਲਾ ਕਿਸੇ ਸਾਧ ਬਾਬੇ ਨੇ ਲੜੀ ਚਲਾਉਣੀ ਹੈ, ਉਹਨੂੰ 100 ਸਰੂਪ ਚਾਹੀਦਾ, ਇਕੱਠਾ ਲੈਣਾ ਚਾਹੁੰਦਾ, ਮਿਲਦਾ ਹੈ ਨਹੀਂ। ਆਲੇ ਦੁਆਲੇ ਕਹਿੰਦੇ ਆਪਣੇ ਲਿਆ ਕੇ ਰੱਖ ਲਓ ਯਾਰ, ਪਿੰਡਾਂ ਚੋਂ ਇਕੱਠੇ ਕਰੀਦੇ ਆ, ਫਿਰ ਜਾ ਕੇ ਸਰੂਪ ਇਕੱਠੇ ਹੁੰਦੇ ਆ। ਤੇ ਉਹਨੂੰ ਬਾਹਰ ਦੀ ਬਾਹਰ ਮਿਲ ਗਏ, ਇਹਨਾਂ ਨੂੰ ਵੇਚਣ ਦਾ ਮੌਕਾ ਮਿਲ ਗਿਆ, ਕਿਉਂਕਿ ਰਿਕਾਰਡ ਵਿੱਚ ਇੰਨੇ ਸਰੂਪ ਇਕੱਠੇ ਕਿਸੇ ਸਾਧ ਨੂੰ, ਕਿਸੇ ਬਾਬੇ ਨੂੰ ਦੇਣੇ ਔਖੇ ਆ। ਬਾਬੇ ਨੇ 100 ਲੜੀ ਲਾਣੀ ਹੈ, 100 ਪਾਠ ਰੱਖਣਾ,
ਠੀਕ ਹੈ ਜੀ। 100 ਪਾਠ ਰੱਖਣਾ ਹੈ, ਉਹ ਪਿੰਡਾਂ ਚੋਂ ਇਕੱਠੇ ਕਰਦੇ ਨੇ, ਉਹਨੂੰ ਐ ਇਕੱਠਾ ਹੀ 100 ਲਿਆ ਕੇ ਰੱਖ ਲਓ, ਇਕੱਠਾ ਰੱਖ ਲਓ। ਹੁਣ ਨਵਾਂ ਸਰੂਪ ਮਿਲਦਾ, ਉਦਾਂ ਲਿਆਉਣਾ ਹੈ ਤਾਂ ਪੰਗਾ ਪੈਣਾ। ਏਦਾਂ ਕਿਤੇ ਬਾਹਰ ਦੀ ਬਾਹਰ ਹੀ ਕਪੜਾ ਛਪੜਾ ਹੋ ਗਿਆ, ਇਹ ਵੀ ਹੋ ਸਕਦਾ। 800 ਛੱਡੋ, ਇੱਕ ਇੱਕ ਸਰੂਪ ਉਦਾਂ ਤਾਂ ਹੈਗਾ ਆ, ਮੰਨ ਲਓ 1500 2000 ਰੁਪਏ ਦਾ ਸਰੂਪ ਦਿੰਦੇ ਨੇ, ਭੇਟਾ ਲੈਂਦੇ ਨੇ, ਹੋ ਸਕਦਾ ਉਹ 10-10 ਹਜ਼ਾਰ ਰੁਪਏ ਦੇ ਵੀ ਦੇਤੇ, ਕਿਉਂਕਿ ਬਾਬਾ ਹੈ, ਸਾਧ ਹੈ, ਕੋਈ ਬਾਹਰ ਦੀ ਬਾਹਰ ਹੀ ਖੇਡ ਖੇਡਣੀ ਚਾਹੁੰਦਾ, ਹੋ ਸਕਦਾ ਇੱਕ ਸਰੂਪ 10-10 ਹਜ਼ਾਰ ਤੱਕ ਵੀ ਗਿਆ ਹੋਵੇ। ਮਤਲਬ ਆਪਾਂ ਮੰਨ ਕੇ ਚੱਲੋ ਵੀ ਜਦੋਂ ਸੈਂਕੜਿਆਂ ਦੀ ਗਿਣਤੀ 'ਚ ਜਾਣਾ ਹੈ ਤੇ ਕਈ ਲੱਖਾਂ ਰੁਪਈਆ ਇਹਨਾਂ ਚੀਜ਼ਾਂ ਚੋਂ ਕਮਾ ਲਿਆ ਗਿਆ ਹੋਵੇ, ਕੁਝ ਵੀ ਇਦਾਂ ਦਾ ਹੋ ਸਕਦਾ ਹੈ। ਪਰ ਭਾਈ ਸਾਹਿਬ ਜਿਹੜੇ 1984 ਦੇ ਵਿੱਚ ਉਦੋਂ ਮਿਲਟਰੀ ਲੈ ਗਈ ਚੁੱਕੇ, ਉਹਦੇ ਸੰਬੰਧੀ ਕਿਰਪਾਲ ਸਿੰਘ ਬੰਡੂਗਰ ਹੋਰਾਂ ਦੀ ਅਗਵਾਈ 'ਚ ਬਣਾਤੀ, ਕਿਉਂਕਿ ਸੈਂਟਰ ਗਵਰਨਮੈਂਟ ਕਹਿੰਦੀ ਅਸੀਂ ਤਾਂ ਦੇਤੇ, ਉਹਨਾਂ ਨੇ ਮੀਟਿੰਗ ਅਜੇ ਤੱਕ ਨਹੀਂ ਕੀਤੀ। ਕਹਾਣੀ ਫਿਰ ਉੱਥੇ ਵੀ ਆ ਜਾਂਦੀ ਵੀ ਉਹ ਵੀ ਪੁਰਾਤਨ ਚੀਜ਼ਾਂ ਸੀ, ਉਹ ਕਿੱਥੇ ਗਈਆਂ? ਉਹ ਵੇਚੀਆਂ ਜਾ ਸਕਦੀਆਂ ਨੇ ਜੀ। ਹੋ ਸਕਦਾ ਵੇਖੋ, ਪੁਰਾਤਨ ਸ਼ਸਤਰ, ਪੁਰਾਤਨ ਕਿਤਾਬਾਂ ਬਾਹਰਲਿਆਂ ਲੋਕਾਂ ਨੂੰ ਸ਼ੌਂਕ ਹੈ, ਨਵੀਂ ਪੀੜ੍ਹੀ ਪੁਰਾਤਨ ਸ਼ਸਤਰ, ਪੁਰਾਤਨ ਪੋਥੀਆਂ ਲੱਭਦੀ ਫਿਰਦੀ ਹੈ ਤੇ ਪੈਸਾ ਬੜਾ ਦਿੰਦੇ ਨੇ। ਇੱਕ ਚੀਜ਼ ਦੇ ਉੱਤੇ ਮੈਂ ਹੈਰਾਨ ਹੋ ਗਿਆ, ਮੈਂ ਨਿਊਜ਼ੀਲੈਂਡ ਵਿੱਚ ਇੱਕ ਜਗ੍ਹਾ ਗਿਆ ਸੀ, ਤਾਂ ਉਹ ਸਾਡੇ ਵੀਰ ਉੱਥੇ ਹੈਗੇ ਨੇ, ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੋਣੀ, ਸਿੱਖੀ ਨਾਲ ਬੜਾ ਪਿਆਰ ਕਰਨ ਵਾਲੇ ਬੰਦੇ ਨੇ, ਉਹਨਾਂ ਦੇ ਘਰ ਹੈਗੀਆਂ ਨੇ ਸ੍ਰੀ ਸਾਹਿਬਾਂ, ਮਤਲਬ ਕਿਰਪਾਨਾਂ, ਮੁੱਠੇ ਬੜੇ ਵਧੀਆ ਕਮਾਲ ਦੇ। ਮੈਂ ਹੈਰਾਨ ਹੋ ਗਿਆ, ਉਹਨਾਂ ਨੇ ਦੱਸਿਆ ਕਿ ਇਹ 6ਵੇਂ ਪਾਤਸ਼ਾਹ ਦੀ ਆ ਇੱਦਾਂ। ਮੈਂ ਆਖਿਆ ਵੀ ਇਹ ਤਾਂ ਸਾਰੇ ਵੀ ਉੱਥੇ ਹੁੰਦੀਆਂ, ਫਿਰ ਤੁਹਾਡੇ ਤੱਕ ਕਿਵੇਂ ਪਹੁੰਚ ਗਈਆਂ? ਉਹ ਫਿਰ ਉਹਨੇ ਮੈਨੂੰ ਦੱਸਿਆ ਵੀ ਉਹਦੇ ਫਾਦਰ ਕਹਿਣ ਲੱਗੇ ਵੀ ਇਹ ਬੇਟਾ ਮੇਰਾ ਜਿਹੜਾ ਹੈ ਨਾ, ਬੜੀ ਵੱਡੀ ਅਮਾਊਂਟ ਖਰਚ ਕੇ, ਇਹਨੂੰ ਸ਼ੌਂਕ ਹੈ, ਉਹ ਤਾਂ ਚਾਅ ਨਾਲ ਦੱਸਦਾ ਸੀ ਵੀ ਸ਼ੌਂਕ ਹੈ ਜੀ, ਵੀ 4-4 ਲੱਖ ਵੀ ਦੇਣਾ ਪਿਆ ਇਹਨੂੰ, 8-8 10-10 ਲੱਖ ਵੀ ਦੇਣਾ ਪਿਆ ਨਾ, ਦੇ ਦੇਣਾ। ਇਹ ਬੰਦੇ ਨੇ ਸਭ ਚੀਜ਼ਾਂ ਕਲੈਕਟ ਕਰਕੇ ਰੱਖੀਆਂ ਨੇ, ਉਹ ਕਿੱਥੋਂ ਚਲੀਆਂ ਗਈਆਂ? ਜਾਂ ਪੁੱਥੀਆਂ ਜਿਹੜੀਆਂ ਪੁਰਾਤਨ ਨੇ, ਅਮਰੀਕਾ ਦੇ ਵਿੱਚ ਵੀ ਇੱਕ ਜਗ੍ਹਾ ਮੈਂ ਵੇਖੀ ਹੈ ਵੀ ਇਹ ਪੁਰਾਤਨ ਸਰੂਪ ਹੈ ਜੀ, ਫਲਾਣੇ ਥਾਂ ਤੋਂ, ਮਤਲਬ ਕਿਵੇਂ ਨਾ ਕਿਵੇਂ ਉਹ ਬਾਹਰ ਨਿਕਲਦੇ ਨੇ, ਪੁਰਾਣਾ ਲਿਟਰੇਚਰ ਹੈ ਜਿਹੜਾ ਬਾਹਰ ਨਿਕਲਦਾ। ਇਹਨਾਂ ਨੇ ਰੌਲਾ ਪਾਇਆ ਜੀ, ਮੋੜੋ ਜੀ, 84 ਚ ਤੁਸੀਂ ਲੈ ਗਏ ਸੀ, ਉਹਨਾਂ ਨੇ ਕਹਿਤਾ ਜੀ ਅਸੀਂ ਮੋੜ ਦਿੱਤਾ। ਅੱਛਾ, ਮੋੜ ਕੇ ਜਿਹੜਾ ਆਇਆ ਉਹ ਕਿੱਧਰ ਗਿਆ? ਕੁਛ ਨਹੀਂ। ਚਲਦੀ ਗੱਲਬਾਤ, ਕੈਲੀਫੋਰਨੀਆ ਦੇ ਵਿੱਚ 5 ਕਰੋੜ ਦੀ ਇੱਕ ਉਹ ਗਈ ਆ ਬੀੜ, ਉਹ ਪੁਰਾਤਨ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਉਹ ਵਿਕੀਆਂ ਨੇ, ਉੱਥੇ ਪਈ ਹੈ ਜਿਹੜੀ ਬੀੜ, ਔਰ ਬਹੁਤ ਸਾਰੇ ਵੇਦ ਪੜ੍ਹਨ ਵਾਲੇ ਉਦੋਂ ਸੀਗੇ ਜਿਨ੍ਹਾਂ ਦੇ ਟਾਈਮ ਦੇ ਉੱਤੇ ਉਹ ਜਿਹੜੀ ਗਈ ਹੈ। ਜਿਹੜਾ ਸਮੁੱਚੀ ਦੁਨੀਆ ਦੇ ਵਿੱਚ ਬੈਠਾ ਭਾਈ ਸਾਹਿਬ ਭਾਈਚਾਰਾ ਹੈ, ਉਹ ਕਿਸ ਪਾਸੇ ਵੱਲ ਨੂੰ ਤੁਰੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਦਲਣ ਵੱਲ ਨੂੰ ਤੁਰੇ, ਖੁਦ ਪੜ੍ਹਨ ਵੱਲ ਨੂੰ ਤੁਰੇ, ਜਾਣਨ ਦੀ ਕੋਸ਼ਿਸ਼ ਕਰੇ, ਕੀ ਕਰੇ? ਇਹਦਾ ਹੱਲ ਕੀ ਹੈ ਜੋ ਕੁਝ ਵੀ ਇਹ ਸਾਰਾ ਚੱਲ ਪਿਆ ਹੈ? ਨਹੀਂ ਵੇਖੋ, ਇੱਕ ਗੱਲ ਤਾਂ ਠੀਕ ਹੈ ਜੀ ਕਿ ਅਥਾਰਟੀ ਚਾਹੀਦੀ ਹੈ, ਪਰ ਹੋਵੇ ਅਥਾਰਟੀ ਕਿਤੇ ਨਾ ਕਿਤੇ ਸਾਨੂੰ ਕੁਛ ਨਾ ਕੁਛ ਇਕੱਠੇ ਕਰਨ ਲਈ, ਲਾਮਬੰਦ ਕਰਨ ਲਈ, ਠੀਕ ਹੈ ਗੱਲ, ਪਰ ਹੁਣ ਦਾ ਜਿਹੜਾ ਸਿਸਟਮ ਹੈ ਉਹ ਪੂਰੀ ਤਰ੍ਹਾਂ ਨਾਲ ਕਰਪਟ ਹੈ। ਅੱਜ ਅਸੀਂ ਇਹਨਾਂ ਸਿਸਟਮ ਦੇ ਉੱਤੇ ਭਰੋਸਾ ਨਹੀਂ ਕਰ ਸਕਦੇ, ਇਹ ਬੁਰਾ ਹਾਲ ਹੈ। ਇਸ ਕਰਕੇ ਚਾਹੀਦਾ ਇਹ ਹੈ ਕਿ ਅਸੀਂ ਆਪ ਸਮਝ ਲਈਏ, ਆਪਣਾ ਵਿਕਾਸ ਕਰੀਏ, ਆਪਣਾ ਦਿਮਾਗ ਖੋਲੀਏ, ਆਲਾ ਦੁਆਲਾ ਵੇਖੀਏ, ਆਲੇ ਦੁਆਲੇ ਹੋ ਰਹੀਆਂ ਘਟਨਾਵਾਂ ਨੂੰ ਵੇਖੀਏ, ਵਿਕਸਿਤ ਸਮਾਜਾਂ ਨੂੰ ਵੇਖੀਏ, ਜਿਹੜੇ ਸਮਾਜ ਅੱਗੇ ਗਏ ਹੈ, ਜਿਹੜੇ ਬੱਚੇ ਧਰਮੀ ਨਾ ਹੋਣ ਦੇ ਬਾਵਜੂਦ ਵੀ ਸੱਚ ਬੋਲਦੇ ਆ, ਅਸੀਂ ਧਰਮੀ ਹੋ ਕੇ ਵੀ ਵੱਡੇ ਤੋਂ ਵੱਡੇ ਝੂਠ ਬੋਲਦੇ ਆ, ਉਹਨਾਂ ਸਮਾਜਾਂ ਵੱਲ ਵੇਖ ਕੇ ਅੱਗੇ ਵਧੀਏ। ਹੋਰ ਕੋਈ ਤਰੀਕਾ ਨਹੀਂ ਜਿਸ ਕੀ ਵੀ ਇਹਨਾਂ ਤੋਂ ਅਸੀਂ ਕੁਝ ਸਿੱਖ ਲੈਣਾ, ਇਹਨਾਂ ਤੋਂ ਅਸੀਂ ਕੱਖ ਨਹੀਂ ਸਿੱਖ ਸਕਦੇ। ਤੇ ਨਾ ਸਾਨੂੰ ਬਦਲਣ ਦੀ ਗੱਲ ਵੀ ਜਿਹੜੀ ਹੈਗੀ ਹੈ, ਸੱਚੇ ਹੈ ਪੰਨੂ ਸਾਹਿਬ, ਰॉ ਮਟੀਰੀਅਲ ਹੀ ਮਾੜਾ ਹੈ, ਜਿੱਥੋਂ ਸਾਰਾ ਕੁਝ ਬਣਦਾ ਹੈ। ਸਾਡੀ ਸਾਈਕੀ, ਸਾਡੀ ਬਚਪਨ ਤੋਂ ਸਾਈਕੀ ਜਿਹੜੀ ਹੈ, ਮੈਂ ਗੱਲ ਪਹਿਲਾਂ ਵੀ ਕੀਤੀ ਹੈ, ਰॉ ਮਟੀਰੀਅਲ ਜੇ ਪਿੱਲੀਆਂ ਇੱਟਾਂ ਨੇ ਨਾ ਜੀ ਤੇ ਸਾਰਾ ਮਾੜਾ ਹੈ। ਰॉ ਮਟੀਰੀਅਲ ਦੇ ਨਾਲ ਤੁਸੀਂ ਠੇਕਾ ਬਣਾਉਣਾ, ਉਹਨੇ ਵੀ ਢਹਿ ਜਾਣਾ, ਪੱਬ ਕਲੱਬ ਬਣਾਉਣਾ, ਉਹਨੇ ਵੀ ਢਹਿ ਜਾਣਾ। ਤੇ ਜੇ ਰॉ ਮਟੀਰੀਅਲ ਮਾੜਾ ਹੋਇਆ ਗੁਰਦੁਆਰੇ ਤੇ ਲਾ ਦਿਓ, ਉਹ ਵੀ ਜ਼ਿਆਦਾ ਚਿਰ ਨਹੀਂ ਕੱਟਣਾ। ਆਹ ਸਾਡਾ ਰॉ ਮਟੀਰੀਅਲ ਸਮਾਜ, ਸਾਡੀ ਸੋਚ, ਇਸੇ ਰॉ ਮਟੀਰੀਅਲ ਤੋਂ ਚੱਕ ਕੇ ਜਿੱਦਣ ਰਾਜਨੀਤੀ 'ਚ ਜਾਂਦੇ ਨੇ, 95.5 ਰੇਸ਼ੋ ਸੀ ਸਾਡੇ ਰॉ ਮਟੀਰੀਅਲ ਦੀ, ਮਾੜਾ ਹੈ 95.5। ਜਦੋਂ ਗਿਆ ਰਾਜਨੀਤੀ 'ਚ, ਉੱਥੇ 95.5 ਦੀ ਰੇਸ਼ੋ ਆ ਰਹੀ ਹੈ, 95% ਕਰਪਟ, 5% ਠੀਕ। ਪਾਰਟੀ ਚਾਹੇ ਕੋਈ ਹੋਵੇ, ਬਦਲੀ ਜਾਓ, ਰॉ ਮਟੀਰੀਅਲ ਹੀ ਇਦਾਂ ਦਾ। ਅੱਛਾ, ਸਮਾਜ ਦੇ ਵਿੱਚ ਜੋ ਬੰਦੇ ਕੰਮ ਕਰਨ ਵਾਲੇ ਨੇ, ਉਹਦੇ ਵਿੱਚ ਵੀ 95.5 ਦੀ ਰੇਸ਼ੋ ਆ ਰਹੀ ਹੈ। ਤੇ ਸੱਚੀ
ਪੱਤਰਕਾਰਤਾ 'ਚ ਦੇਖ ਲਓ 95-5 ਦੀ ਰੇਸ਼ੋ ਆਏ, ਤੇ ਧਰਮ ਵਿੱਚ ਵੇਖ ਲਓ, ਧਰਮ 'ਚ ਰॉ ਮਟੀਰੀਅਲ ਤਾਂ ਇੱਥੋਂ ਹੀ ਆਇਆ, ਬੰਦੇ ਤਾਂ ਇੱਥੋਂ ਹੀ ਆਏ ਨੇ, ਸੁਭਾਅ ਤਾਂ ਉਹੀ ਹੈ, ਇੱਥੇ ਵੀ 95-5 ਦੀ ਰੇਸ਼ੋ ਹੀ ਆ ਗਈ। ਸਾਨੂੰ ਲੋੜ ਹੈ ਅੱਜ ਬਦਲ ਦੇ ਦਈਏ, ਬਦਲ ਦੇ ਕੇ ਵੀ ਕੱਖ ਨਹੀਂ ਹੋਣਾ, ਉਹੀ ਕਰਪਟ ਸਿਸਟਮ ਦੂਜੇ ਬੰਦੇ ਆ ਜਾਣਗੇ, ਉਵੇਂ ਜਿਵੇਂ ਹੀ ਕਰਨਗੇ। ਸਾਨੂੰ ਲੋੜ ਹੈ ਆਪਣੇ ਰॉ ਮਟੀਰੀਅਲ ਨੂੰ ਬਦਲੀਏ, ਉਹ ਹੈਗਾ ਆ ਸਾਡੇ ਬੱਚੇ, ਸਾਡੇ ਪਰਿਵਾਰ, ਉਹਨਾਂ ਦੀ ਸਾਈਕੀ ਚੇਂਜ ਹੋਵੇ, ਉਹ ਜ਼ਿੰਮੇਵਾਰ ਬਣ, ਉਹ ਆਪਣੇ ਕਰਮ ਨੂੰ ਧਰਮ ਬਣਾਉਣ, ਆਪਣੇ ਫਰਜ਼ਾਂ ਪ੍ਰਤੀ ਅਵੇਅਰ ਹੋਣ, ਉਹਦੇ ਵਿੱਚ ਇਮਾਨਦਾਰੀ, ਚਾਹੇ ਰੋਟੀ ਬਣਾਉਣ ਤੋਂ ਲੈ ਕੇ ਮੁੱਖ ਮੰਤਰੀ ਬਣਨ ਤੱਕ ਹੈ, ਹਰ ਚੀਜ਼ ਦੇ ਵਿੱਚ ਇਮਾਨਦਾਰੀ ਹੋਵੇ, ਆਪਣੇ ਕੰਮ ਪ੍ਰਤੀ ਵਫਾਦਾਰੀ, 100% ਆਪਣੇ ਆਪ ਨੂੰ ਝੋਕ ਦੇਣ ਆਪਣੇ ਕੰਮ ਦੇ ਵਿੱਚ। ਉਹ ਚੀਜ਼ਾਂ ਸਾਡੇ ਬੱਚਿਆਂ ਦੇ ਵਿੱਚ ਭਰੀਏ, ਰੱਬ ਤੁਹਾਡੇ ਵਿੱਚ ਕਹਿ ਕੇ ਪੈਰਾਂ ਤੇ ਖੜੇ ਕਰ ਦਈਏ, ਕੌਨਫੀਡੈਂਸ ਬਿਲਡ ਕਰੀਏ ਉਹਨਾਂ ਦਾ। ਉਹ ਜਿੱਦਣ ਸਾਡਾ ਨਾ ਜੀ ਰੇਸ਼ੋ ਸਾਡੀ 20-80-20 ਦੀ ਹੋ ਗਈ, ਉਹੀ ਰੇਸ਼ੋ ਅੱਗੇ ਆ ਵੱਧਦੀ ਜਾਣੀ ਹੈ। ਜਿਹੜੀ ਅਮਰੀਕਾ ਕੈਨੇਡਾ 50-50 ਹੈ, ਉੱਥੇ 100% 95 ਨਹੀਂ ਵੀ ਚੰਗੇ ਨੇ ਤੇ 5 ਮਾੜੇ ਨੇ, ਨਹੀਂ, ਉੱਥੇ 50-50 ਰੇਸ਼ੋ ਹੈ। ਇਸ ਕਰਕੇ ਉਹਨਾਂ ਦਾ ਜਿਹੜਾ ਢਾਂਚਾ ਆ ਉਹਦਾ ਤੁਹਾਡੇ ਲਾਜਵਾਬ ਹੈ, ਬੈਲੈਂਸ ਹੈ। ਸਾਨੂੰ ਰॉ ਮਟੀਰੀਅਲ ਤੇ ਕੰਮ ਕਰਨਾ ਚਾਹੀਦਾ, ਆਪਣੇ ਬੱਚਿਆਂ ਤੇ, ਆਪਣੀ ਸਾਈਕੀ ਤੇ, ਆਪਣੇ ਸੁਭਾਅ ਤੇ। ਇਹਨਾਂ ਤੋਂ ਕੁਝ ਸਿੱਖ ਲਾਂਗੇ, ਇਹ ਭੁੱਲ ਜਾਈਏ। ਗੁਰਬਾਣੀ ਤੋਂ ਸਿੱਖ ਸਕਦੇ ਆ, ਗੁਰਬਾਣੀ ਪੜ੍ਹੀਏ, ਸਮਝੀਏ, ਇੱਥੋਂ ਨਹੀਂ ਕੁਝ ਮਿਲਣਾ। ਔਰ ਜਿਹੜਾ ਲਾਸਟ ਦੇ ਵਿੱਚ ਜੀ ਤੁਹਾਡੇ ਵੱਲੋਂ ਸਾਰੇ ਰਾਹ ਬੰਦ ਤਾਂ ਨਹੀਂ ਹੋ ਗਏ ਜਿਹੜੇ ਗੱਲਬਾਤ ਵਾਲੇ? ਨਹੀਂ, ਮੈਂ ਤਾਂ ਸਪਸ਼ਟ ਵੀਰ ਜੀ ਕਹਿ ਰਿਹਾ ਪੰਨੂ ਸਾਹਿਬ ਕਿ ਅੱਜ ਦੋ ਦਬਕੇ ਜਥੇਦਾਰ ਮਾਰ ਦਵੇ, ਰਾਹ ਖੁੱਲ੍ਹਾ ਹੀ ਹੈ। ਅਕਾਬ ਮੈਨੂੰ ਬਹੁਤ ਬੰਦੇ ਕਹਿੰਦੇ ਨੇ ਤੁਸੀਂ ਜਿੱਦ ਕਾਹਨੂੰ ਕਰਦੇ ਆ, ਇਕੱਠੇ ਬਹਿ ਜਾਓ, ਸਫਾ ਵਿਛਾਏ। ਮੈਂ ਕਹਿੰਦਾ ਜੀ ਇਹੀ ਸਫਾ ਵਿਛਾਏ ਜਿੱਦਣ ਛਬੀਲ ਲੱਗੀ ਸੀ ਹਰਨਾਮ ਸਿੰਘ ਧੁੰਮੇ ਨੂੰ ਕਹਿਣਾ ਸੀ ਵੀ ਸਫਾ ਵਿਛਾਏ। ਕੀ ਕਰ ਰਿਹਾ ਯਾਰ? ਦਬਕੇ 5 ਸਾਲ ਤੋਂ ਚੱਲ ਰਿਹਾ, ਕਿਸੇ ਬੰਦੇ ਨੇ ਉਹਨਾਂ ਨੂੰ ਜਾ ਕੇ ਨਹੀਂ ਕਿਹਾ ਵੀ ਸਫਾ ਵਿਛਾਏ, ਗੁਰਮੁਖ ਬੈਸੋ ਸਫਾ ਮੈਂ ਇਕੱਠੇ ਬੈਠੋ, ਉਹਨਾਂ ਨੂੰ ਕੋਈ ਨਹੀਂ ਕਹਿੰਦਾ, ਸਭ ਨੇ ਮੈਨੂੰ ਕਿਹਾ। ਮੈਂ ਹੁਣ ਕਹਿੰਦਾ ਵੀ ਜੇ ਅਜੇ ਵੀ ਮੈਨੂੰ ਕਹਿੰਦੇ ਨੇ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਜਾਵੇ, ਤੇ ਸੁਣਨ ਵਾਲੇ ਸਰੋਤਿਆਂ ਨੂੰ ਬੇਨਤੀ ਕਰਾਂਗਾ ਤੁਹਾਡੇ ਪੰਜਾਬ ਚੈਨਲ ਦੇ ਕਿ 2 ਦਬਕੇ ਮਰਵਾ ਦਿਓ। ਜਹੇਦਾਰ ਨੂੰ ਕੋ 1 ਦਬਕਾ ਮਾਰ ਹਰਨਾਮ ਸਿੰਘ ਧੁੰਮੇ ਨੂੰ, ਉਹਨੂੰ ਕੋ ਟਕਸਾਲ ਪੰਥ ਨਹੀਂ, ਟਕਸਾਲ ਪੰਥ ਦਾ ਇੱਕ ਅੰਗ ਹੈ। ਅਥਾਰਟੀ ਤੂੰ ਨਹੀਂ ਹਰਨਾਮ ਸਿੰਘ ਧੁੰਮਾ, ਤੂੰ ਟਕਸਾਲ ਦਾ ਮੁਖੀ ਹੈ, ਅਥਾਰਟੀ ਮੈਂ ਆ। ਜੇ ਤੈਨੂੰ ਕੋਈ ਪ੍ਰੋਬਲਮ ਰਣਜੀਤ ਸਿੰਘ ਜਾਂ ਕਿਸੇ ਦੂਜੇ ਤੀਜੇ ਤੋਂ ਆਉਂਦੀ ਹੈ, ਮੇਰੇ ਕੋਲ ਆਓ, ਮੈਂ ਬੈਠਾ ਇੱਥੇ, ਮੇਰੇ ਨਾਲ ਕਰੋ ਗੱਲ। ਤੈਨੂੰ ਕੋਈ ਹੱਕ ਨਹੀਂ ਦਿਨ ਦਿਹਾੜੇ ਏਡੀ ਵੱਡੀ ਪਰੰਪਰਾ ਛਬੀਲ ਨੂੰ ਤੂੰ ਬਦਨਾਮ ਕਰੇ, ਜਾ ਕੇ ਬੰਦਾ ਮਾਰੇ ਅਮਰੀਕ ਸਿੰਘ ਦੇ ਨਾਲ, ਆ ਜਾ ਕੇ ਦੀਵਾਨ ਰੋਕਦਾ। ਤੁਹਾਨੂੰ ਕੋਈ ਹੱਕ ਨਹੀਂ, ਬੰਦੇ ਬਣ ਕੇ ਕੰਮ ਕਰੋ, ਇੱਕ ਸਾਈਡ ਤੇ ਆਪਣਾ ਕੰਮ ਕਰੋ, ਠੀਕ ਹੈ। ਤੁਸੀਂ ਇੱਕ ਜਥੇਬੰਦੀਆਂ ਚਲਾ ਰਹੇ ਹੋ, ਟਕਸਾਲ ਅੰਗ ਹੈ ਪੰਥ ਦਾ, ਰੱਖੋ, ਅਸੀਂ ਮਸਤਕਾਰ ਕਰਦੇ ਆ ਤੁਹਾਡਾ, ਪਰ ਬੰਦੇ ਬਣ ਕੇ ਰਹੋ, ਅਥਾਰਟੀ ਨਾ ਬਣੋ। ਇੱਕ ਸਟੇਟਮੈਂਟ ਇਹ ਦੇ ਦੇ। ਦੂਜਾ ਦਬਕਾ ਮਾਰਨ ਰਣਜੀਤ ਸਿੰਘ ਨੂੰ, ਓਏ ਰਣਜੀਤ ਸਿੰਘ ਤੂੰ ਕੌਣ ਹੁੰਦਾ? ਕੱਲ ਦਾ ਜਵਾਕ ਹੈ, ਤੂੰ ਗੱਲਾਂ ਕਰਦਾ ਵੱਡੀਆਂ ਵੱਡੀਆਂ, ਤੈਨੂੰ ਕੋਈ ਪ੍ਰੋਬਲਮ ਹੈ ਗ੍ਰੰਥਾਂ ਤੋਂ, ਸੰਪਰਦਾਵਾਂ ਤੋਂ? ਮੇਰੇ ਨਾਲ ਆ ਕੇ ਗੱਲ ਕਰ, ਮੈਂ ਬੈਠਾ, ਮੇਰੇ ਨਾਲ ਗੱਲ ਕਰ, ਮੈਂ ਗੱਲ ਕਰੂੰਗਾ। ਮੈਂ ਕਰੂੰਗਾ ਗੱਲ ਵੀ ਬਾਬਿਓ ਸਾਧੋ ਤੁਸੀਂ ਆ ਜੁੱਤੀਆਂ ਪੂਜਣ ਲੱਗੇ ਪਏ ਆ, ਇੱਥੇ ਪੈਰ ਧਵਾ ਪਿਆ ਰਹੇ ਆ, ਦੁਨੀਆ ਕਮਲੀ ਕੀਤੀ ਪਈ ਹੈ, ਗੱਪ ਕਹਾਣੀਆਂ ਤੋਂ ਤੈਨੂੰ ਕੋਈ ਪ੍ਰੋਬਲਮ ਹੈ? ਮੇਰੇ ਨਾਲ ਗੱਲ ਕਰ ਲੈ। ਤੈਨੂੰ ਪ੍ਰੋਬਲਮ ਹੈ, ਮੇਰੇ ਕੋਲ ਆ ਜਾ। ਪਹਿਲਾ ਦਬਕਾ ਉਹਨਾਂ ਨੂੰ। ਲਓ ਇੱਕ ਗੱਲ ਪੱਕੀ ਹੈ, 2 ਦਬਕੇ ਮਾਰ ਦੇਣ, ਰਣਜੀਤ ਸਿੰਘ ਮੰਨੇਗਾ, ਵਾਅਦਾ ਕਰਦਾ। ਤੂੰ ਨਹੀਂ ਬੋਲਣਾ ਰਣਜੀਤ ਸਿੰਘ ਅੱਜ ਤੋਂ ਬਾਅਦ। ਤੈਂ ਕੋਈ ਕਿਸੇ ਗ੍ਰੰਥ ਦਾ, ਸੰਪਰਦਾ ਦਾ ਨਾਂ ਲੈਤਾ ਨਾ, ਤਾਂ ਮੈਂ ਬੈਠਾ, ਮੈਂ ਕਹੂੰਗਾ 7 ਬਚਨ ਮੇਰੇ ਮੂੰਹ 'ਚ ਉਸੇ ਦਿਨ ਮੇਰੀ ਵੀਡੀਓ ਆਊਗੀ, ਜਹੇਦਾਰ ਜੀ ਧੰਨਵਾਦ ਤੁਹਾਡਾ, ਤੇ 7 ਬਚਨ ਮੈਂ ਅੱਜ ਤੋਂ ਬਾਅਦ ਨਹੀਂ ਬੋਲੂੰਗਾ। ਪਰ ਇਹ ਜਿਹੜਾ ਦਬਕਾ ਇੱਧਰ ਬੰਨਿਆ, ਇਹ ਤਾਂ ਚੱਲੇਗਾ ਰਣਜੀਤ ਸਿੰਘ। ਪਰ ਉਹ ਬੰਦਾ ਦਬਕਾ ਚੱਲ ਜੇ, ਇਹ ਕਹਿ ਕੇ ਵਿਖਾਵੇ ਵਿੱਚ ਤੂੰ ਮੈਂ ਤੂੰ ਅਥਾਰਟੀ ਨਹੀਂ ਹੈਗਾ, ਇਹ ਸਟੇਟਮੈਂਟ ਉਹਨੂੰ ਦੇ ਦੇਵੇ ਤੇ ਰਣਜੀਤ ਸਿੰਘ ਨੂੰ ਦੇ ਕੇ ਵੇਖ ਲਵੇ, ਫਿਰ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਗੁਰਮੁਖ ਵੈਸੋ ਸਫਾ ਵਿਛਾਈ ਕੌਣ ਬੈਂਦਾ, ਨਾਲ ਰਲ ਨੂੰ ਕੌਣ ਹੈ, ਬਹਿਣ ਨੂੰ ਕੌਣ ਹੈ, ਇਹਨਾਂ ਦੀ ਇੱਜ਼ਤ ਕਰਦਾ ਕੌਣ ਹੈ। ਜਹੇਦਾਰ ਨੇ ਪ੍ਰੈਸ ਕਾਨਫਰੰਸ ਕਰਕੇ ਅੰਦਰ ਨਹੀਂ ਪਹੁੰਚਣਾ, ਕਹਿੰਦੇ ਫੜਾ ਕਿਰਪਾਨ ਦੂਜਾ ਆ ਗਿਆ ਜਹੇਦਾਰ, ਚੱਲ ਤੂੰ ਕਿਵੇਂ ਕਹਿਤਾ ਟਕਸਾਲ ਅਥਾਰਟੀ ਨਹੀਂ, ਪੰਥ ਇੱਥੇ ਅਕਾਲ ਤਖਤ ਅਥਾਰਟੀ ਨਹੀਂ, ਅਸਲ ਟਕਸਾਲ ਅਥਾਰਟੀ ਹੈ। ਅਕਾਲ ਤਖਤ ਨੂੰ ਪਿੱਛੋਂ ਚਲਾਉਣ ਵਾਲੀ ਟਕਸਾਲ ਹੈ, ਤੇ ਟਕਸਾਲ ਦੀ ਲੀਡਰਾਂ ਨਾਲ ਸਿੱਧੀ ਗੱਲਬਾਤ ਹੈ। ਇਕਬਾਲ ਸਿੰਘ ਬਾਰੇ ਕੋਈ ਫੈਸਲਾ ਨਹੀਂ ਆਇਆ, ਉਹਦੇ ਲੀਡਰ ਨੂੰ ਫੋਨ ਸਿੱਧਾ ਕਰ ਲਿਆ ਹੋਣਾ, ਰਣਜੀਤ ਸਿੰਘ ਨੇ ਨਹੀਂ ਕੀਤਾ। ਸਹਿਮਤੀ ਉਦੋਂ ਅਸੀਂ ਸਹਿਮਤ ਨਹੀਂ,
ਰਣਜੀਤ ਸਿੰਘ ਨੂੰ ਵੀ ਇਹਨਾਂ ਨੇ ਇਦਾਂ ਕਹਿ ਦੇਣਾ ਸੀ ਅਸੀਂ ਰਣਜੀਤ ਸਿੰਘ ਨਾਲ ਸਹਿਮਤ ਨਹੀਂ, ਪਰ ਰਣਜੀਤ ਸਿੰਘ ਨੇ ਕਿਸੇ ਲੀਡਰ ਦੀ ਚਾਪਲੂਸੀ ਨਹੀਂ ਕੀਤੀ, ਬਸ ਇਸ ਕਰਕੇ ਹੋ ਗਿਆ ਜੀ। ਬਹੁਤ ਧੰਨਵਾਦ ਤੁਹਾਡਾ। ਫਿਰ ਮੈਂ ਕਹੂੰਗਾ ਬਿਜੀ ਆਪਣੇ ਇੰਨੇ ਸਕੈਜੂਲ ਦੇ ਵਿੱਚੋਂ ਤੁਸੀਂ ਸਮਾਂ ਕੱਢਿਆ ਔਰ ਬੜੇ ਵਿਸਥਾਰ ਦੇ ਵਿੱਚ ਬਿਯੋਂਡ ਦੀ ਲਾਈਨ ਜਾ ਕੇ ਜਿਹੜੀਆਂ ਜੀ ਉਹ ਕੁਝ ਗੱਲਾਂ ਕੀਤੀਆਂ। ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ। ਸੰਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿੱਥੋਂ ਸਟਾਰਟ ਕੀਤੀ ਸੀ ਗੱਲ ਫਿਰ ਉੱਥੇ ਆਊਗੀ ਕਿ ਜੇ ਸੰਵਾਦ ਚੱਲਦਾ ਰਿਹਾ ਤਾਂ ਇਹਦੇ ਵਿੱਚੋਂ ਬਹੁਤ ਕੁਝ ਨਿਕਲੂਗਾ। ਜੇ ਸਿਰਫ ਵਿਵਾਦ ਜਿਹੜਾ ਉਹ ਰਹਿ ਗਿਆ ਤੇ ਉਹਦੇ ਵਿੱਚੋਂ ਕਿੰਨਾ ਕੁਝ ਨਿਕਲਣਾ। ਖਾਸ ਤੌਰ ਦੇ ਉੱਤੇ ਜੋ ਗੱਲ ਭਾਈ ਸਾਹਿਬ ਨੇ ਕੀਤੀ ਹੈ ਕਿ ਜਿਹੜੀਆਂ ਅਗਲੀਆਂ ਜਨਰੇਸ਼ਨਸ ਨੇ, ਦੇਖੋ ਸਵਾਲ ਉਹ ਖੜੇ ਕਰਨਗੀਆਂ, ਸਵਾਲ ਸਾਡੇ ਉੱਤੇ ਵੀ ਖੜੇ ਹੋਣੇ ਆ ਜਿਹੜੇ ਅਸੀਂ ਇਸ ਵੇਲੇ ਵਿਚਰ ਰਹੇ ਹਾਂ ਕਿ ਤੁਸੀਂ ਉਦੋਂ ਕੀ ਕੀਤਾ, ਤੁਸੀਂ ਕੀ ਗੱਲ ਕੀਤੀ ਉਦੋਂ। ਇੱਕ ਪਾਸੜ ਗੱਲ ਕੀਤੀ ਕਿਤੋਂ ਸਵਾਲ ਸੁਣ ਕੇ ਜਿਹੜੇ ਸਵਾਲ ਅੱਗੇ ਕੀਤੇ ਜਾਂ ਤੁਸੀਂ ਸਵਾਲ ਬਣਾਏ ਸੀ, ਦੋਨੋਂ ਜਿਹੜੀਆਂ ਜੋ ਤਰ੍ਹਾਂ ਦੇਖ ਕੇ ਭਾਈ ਸਾਹਿਬ ਨੇ ਜਿੰਨੀਆਂ ਵੀ ਗੱਲਾਂ ਜਿਹੜੀਆਂ ਉਹ ਕੀਤੀਆਂ ਨੇ। ਉਮੀਦ ਹੈ ਕਿ ਤੁਸੀਂ ਇਹਨਾਂ ਦੇ ਜਵਾਬਾਂ ਤੋਂ ਸੈਟੀਸਫਾਈਡ ਹੋਵੋਗੇ। ਮੇਰੀ ਤੁਹਾਡੀ ਮੁਲਾਕਾਤ ਅਗਲੇ ਹਫਤੇ ਇਸੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸ਼ਖਸੀਅਤ ਨਾਲ ਹੋਊਗੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ।